चीख चीख के कह रहे ने अन्नदाता अन्नदाता अन्नदाता। फिर उसे अन्नदाता ਨੂੰ ਸੜਕਾਂ ਤੇ ਠੰਡ ਦੇ ਵਿੱਚ ਬਿਠਾਇਆ ਹੋਇਆ ਹੈ। ਅਸੀਂ ਤੇ ਯਾਰ ਉਹ ਲੋਕ ਆ ਜਿਨ੍ਹਾਂ ਨੇ ਦੇਸ਼ ਨੂੰ देश ਦਾ ਮਾਨ ਸਨਮਾਨ ਉੱਚਾ ਕੀਤਾ। अगर उनमें इंसानी जामे की आत्मा है तो उनको अपनी आत्मा की आवाज़ सुननी चाहिए। 5 साल राज करके कौन सा स्वर्ग मिल जाएगा। 4 लाख से ज़्यादा किसानों ने कर्जे की वजह से आत्महत्या की है। उनमें से सबसे ज़्यादा आत्महत्या करने वाले किसान महाराष्ट्र से। सरकार अगर ਉਹਦੀ ਇੱਛਾ ਹੋਊਗੀ ਸਾਡੇ ਤੇ ਲਾਠੀ ਗੋਲੀ ਚਲਾਉਣ ਦੀ ਲਾਠੀ ਗੋਲੀ ਚਲਾਊਗੀ। ਅਗਰ ਉਹ ਸ਼ਾਂਤੀ ਤਰੀਕੇ ਨਾਲ ਸਾਨੂੰ ਕਰਨ ਦਊਗੀ, ਇਹ ਸਾਡਾ ਹੱਕ ਹੈ ਗਣਤੰਤਰ ਦਿਵਸ ਦੀ ਪਰੇਡ ਕਰਨਾ। ਅਸੀਂ ਗਾਣਾ ਸਾਡੇ ਗਣਤੰਤਰ ਦਿਵਸ ਨੂੰ ਅਸੀਂ ਸਨਮਾਨ ਨਾਲ ਮਨਾਉਣਾ ਚਾਹੁੰਦੇ ਹਾਂ, ਪਰ ਸਰਕਾਰ ਨੂੰ ਸਾਨੂੰ ਮਨਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਜਦੋਂ ਕੋਵਿਡ ਵਿੱਚ ਸਭ ਕੁਝ ਫੇਲ ਹੋ ਗਿਆ, ਉਦੋਂ ਇਸ ਅੰਨਦਾਤਾ ਦੇ ਪੈਦਾ ਕੀਤੇ ਅੰਨ ਨੇ ਦੇਸ਼ ਨੂੰ ਬਚਾਇਆ। ਨਹੀਂ ਇੱਥੇ ਫੂਡ ਰਿਜ਼ੋਰਟਸ ਹੋ ਜਾਂਦੇ। 5 साल राज कर भी लेंगे फिर कौन सा स्वर्ग मिल जाएगा। अच्छा है ऐसी बीजेपी को लात मार के छोड़ के आ जाएं। पुलिस को जो करना है वो करे। हाँ, वो उनका सवाल है, सरकार का सवाल है। पुलिस आखिर में जो सरकार बोलती है वही करती है। 13 ਤਰੀਕ ਨੂੰ ਅਸੀਂ ਲੋਹੜੀ ਮਨਾਵਾਂਗੇ ਔਰ ਲੋਹੜੀ ਦੀ ਅੱਗ ਵਿੱਚ ਬੁਰਾਈ ਦੇ ਜਿਹੜੇ 3 ਕਾਨੂੰਨ ਨੇ ਉਹਨਾਂ ਨੂੰ ਸਾੜਾਂਗੇ। ਜਿਹੜਾ ਗੈਟ ਦੇ ਰੱਸਿਆਂ ਦੇ ਨਾਲ ਬੰਨ੍ਹ ਕੇ ਦੇਸ਼ ਨੂੰ ਗੁਲਾਮ ਕਰਨ ਦਾ ਸਾਡੀ ਸਰਕਾਰਾਂ ਨੇ ਫੈਸਲੇ ਲਏ ਨੇ, ਉਹਦੇ ਤੋਂ ਆਜ਼ਾਦ ਕਰਾਉਣ ਦੀ ਲੜਾਈ ਹੋ ਸਕਦੀ ਹੈ। ਇਹ ਚੋਰ ਮੋਰੀ ਚਾਹੁੰਦੇ ਹੈ ਵੀ ਇਹ ਮੰਨ ਲਓ ਵੀ ਕਾਨੂੰਨ ਤਾਂ ਇਹ ਰਹੇ, स्टेट की मर्जी है लागू करे ना करे। किसानों की पीठ में छुरा मारा है दुष्यंत चौटाला ने। और मैं तो ये कहूँगा कि दूसरा जो वीरेंद्र सिंह है उसने भी कि 26 जनवरी को दिल्ली में तो होगा ही, क्योंकि लाखों किसान यहाँ बैठे हैं, लेकिन हर राज्य के राजधानी में और अलग अलग जिलों में भी ये किसान परेड हमारी निकलेगी। किसानी अंदोलन जारी है। दिल्ली की घेराबंदी होया ਨੂੰ 38 दिन हो चुके हैं। 4 जनवरी ਨੂੰ ਕੇਂਦਰ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਦੁਆਰਾ ਬੈਠਕ ਹੋਣ ਜਾ ਰਹੀ ਹੈ, ਲੇਕਿਨ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਦੀ घेराबंदी ਦੇ ਲਈ ਕਿਸਾਨ ਜਥੇਬੰਦੀਆਂ ਨੇ ਵੱਡਾ ਐਲਾਨ ਕਰ ਦਿੱਤਾ ਹੈ। ਇਸ ਵਾਰ 26 ਜਨਵਰੀ ਨੂੰ ਕਿਸਾਨ ਦਿੱਲੀ ਦੇ ਵਿੱਚ ਝੰਡੇ ਲਹਿਰਾਉਣਗੇ, ਟਰੈਕਟਰ ਪਰੇਡ ਕੀਤੀ ਜਾਏਗੀ। ਇਸ ਤੋਂ ਇਲਾਵਾ 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਘੇਰੇ ਜਾਣਗੇ। ਪੂਰੇ ਲਗਭਗ 2 ਹਫ਼ਤਿਆਂ ਤੱਕ ਭਾਂਡਾ ਫੋੜ ਜਿਹੜੇ ਪ੍ਰੋਗਰਾਮ ਚੱਲਣਗੇ। ਦੇਸ਼ ਦੇ ਵਿੱਚ ਵੱਡੇ ਪੱਧਰ ਉੱਤੇ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਜਗਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਅੱਜ ਜਿਹੜੇ ਤੁਸੀਂ ਫੈਸਲੇ ਲੈ ਰਹੇ, ਜਦੋਂ 4 ਜਨਵਰੀ ਨੂੰ ਬੈਠਕ ਹੋਣ ਜਾ ਰਹੀ ਸੀ ਤੇ ਤੁਸੀਂ ਉਸ ਤੋਂ ਪਹਿਲਾਂ ਬਹੁਤ ਵੱਡੇ ਫੈਸਲੇ ਲੈ ਲਿੱਤੇ, ਕੀ ਤੁਹਾਨੂੰ ਕੋਈ ਸ਼ੰਕਾ ਲੱਗ ਰਿਹਾ ਸੀਗਾ ਕਿ ਕੇਂਦਰ ਸਰਕਾਰ 4 ਜਨਵਰੀ ਨੂੰ ਕੋਈ ਫੈਸਲਾ ਨਹੀਂ ਲੇਗੀ, ਇਹ ਬੈਠਕ ਸਿਰੇ ਨਹੀਂ ਚੜੂਗੀ? ਦੇਖੋ, ਗੱਲ ਇਹ ਹੈ, ਕੇਂਦਰ ਸਰਕਾਰ ਨੇ ਜੋ 30 ਤਰੀਕ ਨੂੰ 2 ਛੋਟੀਆਂ ਮੰਗਾਂ ਦੇ ਉੱਤੇ ਸਹਿਮਤੀ ਦਿੱਤੀ, ਉਹਨਾਂ ਮੰਗਾਂ ਨੂੰ ਜਿਸ ਵੇਲੇ ਬਾਹਰ ਪ੍ਰੈਸ ਦੇ ਸਾਹਮਣੇ ਲੈ ਕੇ ਆਈ ਤਾਂ ਉਹਨੂੰ ਬੜਾ ਤੋੜ ਮਰੋੜ ਕੇ ਤੇ ਉਹਨੂੰ ਗੋਲ-ਮੋਲ ਕਰਕੇ ਮਤਲਬ ਪੇਸ਼ ਕੀਤਾ ਗਿਆ, ਤਾਂ ਕਿ ਮਤਲਬ ਬਿਲਕੁਲ ਕੁਝ ਨਾ ਦੇਣ ਵਾਲੀ ਗੱਲ ਕੀਤੀ ਗਈ। ਤਾਂ ਇਹਦੇ ਵਿੱਚੋਂ ਸਰਕਾਰ ਦੀ ਨੀਤੀ ਸਪਸ਼ਟ ਹੋਈ ਹੈ ਕਿ ਸਰਕਾਰ ਦੀ ਨੀਤੀ ਹਜੇ ਤੱਕ ਕਿਸਾਨਾਂ ਦਾ ਕੋਈ ਮਸਲਾ ਹੱਲ ਕਰਨ ਦੀ ਨਜ਼ਰ ਨਹੀਂ ਆ ਰਹੀ। ਤਾਂ ਇਸ ਗੱਲ ਦੇ ਵਿੱਚੋਂ ਕਿ ਸਰਕਾਰ ਨੂੰ ਘੱਟੋ ਘੱਟ ਸਾਡਾ ਮਿਲ ਬੈਠ ਕੇ ਕੱਲ੍ਹ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਸਰਕਾਰ ਨੂੰ ਸਾਡਾ ਪਤਾ ਹੋਣਾ ਚਾਹੀਦਾ ਹੈ, ਸਰਕਾਰ ਤੱਕ ਮੈਸੇਜ ਹੋਣਾ ਚਾਹੀਦਾ, ਤਾਂ ਕਿ ਕੱਲ੍ਹ ਨੂੰ ਸਰਕਾਰ ਇਹ ਨਾ ਕਹੇ ਕਿ ਵੀ ਸਾਨੂੰ ਤਾਂ ਤੁਹਾਡੀ ਇਸ ਗੱਲ ਦਾ ਪਤਾ ਨਹੀਂ ਸੀ। ਇਸ ਕਰਕੇ ਅਗਾਊਂ ਸਰਕਾਰ ਪ੍ਰਬੰਧ ਕਰ ਲਿਆ ਆਪਦੇ, ਔਰ ਅਸੀਂ 26 ਤਰੀਕ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੈ, ਸਰਕਾਰ ਉਸ ਤੋਂ ਪਹਿਲਾਂ ਸਾਡੇ ਮਸਲੇ ਦਾ ਹੱਲ ਕਰੇ, ਤਾਂ ਕਿ ਅਸੀਂ ਮਤਲਬ ਦਿੱਲੀ ਜਾਣ ਦੀ, ਜੇ ਸਰਕਾਰ ਚਾਹੁੰਦੀ ਹੈ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਔਰ ਠੀਕ ਨਹੀਂ ਲੱਗਦਾ, ਸਰਕਾਰ ਨੂੰ ਸਾਡੀ ਮੰਗ ਮੰਨ ਲੈਣੀ ਚਾਹੀਦੀ ਹੈ। ਤਾਂ ਉਹ ਇੱਕ ਅਲਟੀਮੇਟਮ ਦੇ ਰੂਪ ਦੇ ਵਿੱਚ ਕਰਨਾ ਪਿਆ ਸਾਨੂੰ, ਕਿਉਂਕਿ ਸਰਕਾਰ ਦੀ 4 ਤਰੀਕ ਵਾਲੀ ਮੀਟਿੰਗ ਦੇ ਵਿੱਚ ਸਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਬਹੁਤ ਕੁਝ ਕਰੂਗੀ, ਕਿਉਂਕਿ ਜਿਹੜੀ ਪਹਿਲੇ ਦਿਨ ਆਪਣਾ 30 ਵਾਲੀ 'ਚ ਫੈਸਲੇ ਹੋਏ ਨੇ, ਜਿਹੜੀਆਂ ਗੱਲਾਂ ਮੰਨੀਆਂ ਨੇ, ਉਹਨਾਂ ਨੂੰ ਹੀ ਪਾਰਦਰਸ਼ਤਾ ਦੇ ਨਾਲ ਸਰਕਾਰ ਨੇ ਪੇਸ਼ ਨਹੀਂ ਕੀਤਾ। ਤਾਂ ਫਿਰ ਅੱਗੇ ਅਸੀਂ ਉਮੀਦ ਕੀ ਰੱਖਾਂਗੇ ਸਰਕਾਰ ਜਿੱਦਾਂ ਅੱਜ ਤੁਸੀਂ ਸਖਤ ਫੈਸਲੇ ਲਏ ਨੇ, ਉਸ ਤੋਂ ਦੂਜੇ ਪਾਸੇ ਨਰਿੰਦਰ ਸਿੰਘ ਤੋਮਰ ਜੋ ਖੇਤੀ ਮੰਤਰੀ ਨੇ, ਉਹਨਾਂ ਦਾ ਬਿਆਨ ਸਾਹਮਣੇ ਆਉਂਦਾ ਹੈ। ਉਹ ਕਹਿੰਦੇ ਕਿ ਜਿਹੜੀ 4 ਜਨਵਰੀ ਦੀ ਬੈਠਕ ਹੋਏਗੀ ਉਸ ਦੇ ਵਿੱਚ ਜਿਹੜਾ ਫੈਸਲਾ ਹੋਏਗਾ ਕਿਸਾਨਾਂ ਦੇ ਹਿੱਤ ਦੇ ਵਿੱਚ ਹੋਏਗਾ। ਤੁਹਾਨੂੰ ਲੱਗਦਾ ਹੈ ਕਿ ਇੱਕ ਸੌਫਟ ਕਾਰਨਰ ਹੈ ਕੇਂਦਰ ਦਾ? ਨਹੀਂ, ਦੇਖੋ, ਮੈਂ ਕਹੂੰਗਾ ਕਿ ਜੇਕਰ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਫੈਸਲਾ ਲੈਣਗੇ ਤਾਂ ਅਸੀਂ ਸਨਮਾਨ ਦੇ ਨਾਲ, ਸਤਿਕਾਰ ਦੇ ਨਾਲ, ਧੰਨਵਾਦ ਕਰਦੇ ਹੋਏ ਮਤਲਬ ਉੱਥੋਂ ਵਾਪਸ ਆਵਾਂਗੇ। ਕੋਈ ਐਸੀ ਗੱਲ ਨਹੀਂ ਹੈ। ਅਸੀਂ ਕੋਈ ਦੇਸ਼ ਵਿਰੋਧੀ ਥੋੜ੍ਹੀ ਹਾਂ। ਅਸੀਂ ਤੇ ਯਾਰ ਉਹ ਲੋਕ ਹਾਂ ਜਿਨ੍ਹਾਂ ਨੇ ਦੇਸ਼ ਨੂੰ, ਦੇਸ਼ ਦਾ ਮਾਨ ਸਨਮਾਨ ਉੱਚਾ ਕੀਤਾ। ਕਦੇ ਸਮਾਂ ਸੀਗਾ ਦੇਸ਼ ਨੂੰ ਵਿਦੇਸ਼ਾਂ ਦੇ ਵਿੱਚ ਜਾ ਕੇ ਲੋਕਾਂ ਨੂੰ, ਆਪਦੀ ਪਾਪੂਲੇਸ਼ਨ ਨੂੰ ਰੋਟੀ ਖਵਾਉਣ ਦੇ ਲਈ ਹੋਰਨਾਂ ਦੇਸ਼ਾਂ ਦੇ ਜਾ ਕੇ ਮੂਹਰੇ ਸਿਰ ਝੁਕਾਉਣਾ ਪੈਂਦਾ ਸੀ, ਮਿੰਨਤਾਂ ਕਰਨੀਆਂ ਪੈਂਦੀਆਂ ਸੀ ਵੀ ਸਾਨੂੰ ਖਾਣ ਜੋਗਰੇ ਦਾਣੇ ਦੇ ਦਿਓ।
ਔਰ ਇਹ ਦੇਸ਼ ਦਾ ਕਿਸਾਨ ਹੈ ਜਿਨ੍ਹਾਂ ਨੇ ਮਤਲਬ ਦੇਸ਼ ਦੀ ਸਰਕਾਰ ਨੂੰ ਪੂਰੇ ਭਾਰਤ ਦਾ ਮਾਣ ਨਾਲ ਸਿਰ ਉੱਚਾ ਕੀਤਾ ਹੈ ਔਰ ਇਹ ਖੜ ਕੇ ਆਪਦਾ ਅਨਾਜ ਆਪਦੇ ਲੋਕਾਂ ਨੂੰ ਖਵਾਉਣ ਤੋਂ ਵੀ ਗਾਹਾਂ ਟੱਪ ਗਏ ਕਿ ਇਹਨਾਂ ਨੇ ਇੰਨੇ ਸਮਰੱਥ ਹੋ ਗਏ ਨੇ ਕਿ ਬਾਹਰ ਲੋਕਾਂ ਨੂੰ ਮਤਲਬ ਸਪਲਾਈ ਕਰਨ ਜੋਗਰੇ ਹੋ ਗਏ ਨੇ। ਸੋ ਇਸ ਕਰਕੇ ਸਾਡਾ ਜਿਹੜੀ ਭਾਵਨਾ ਹੈ ਉਹ ਇਸ ਗੱਲ ਦੇ ਵਿੱਚੋਂ ਸਰਕਾਰ ਨੂੰ ਇਹ ਅਸੀਂ ਮਾਣ ਸਨਮਾਨ ਦੇ ਨਾਲ, ਅਗਰ ਸਰਕਾਰ ਅੱਜ ਵੀ ਸਾਡੀ ਗੱਲ ਮੰਨੇਗੀ ਤਾਂ ਅਸੀਂ ਪੂਰਾ ਸਤਿਕਾਰ ਦੇ ਨਾਲ, ਮਤਲਬ ਅਕਸਰ ਸਾਡੀ ਸਰਕਾਰ ਹੈ, ਅਸੀਂ ਲੋਕਾਂ ਨੇ ਵੋਟਾਂ ਪਾ ਕੇ ਚੁਣੀ ਹੈ, ਇਹ ਤਾਂ ਸਾਡਾ ਰੋਸ ਹੈ, ਰੋਸ ਦੇ ਵਿੱਚੋਂ ਅਸੀਂ ਕੁਝ ਵੀ ਕਰੀਏ, ਲੇਕਿਨ ਅਗਰ ਸਾਡੀਆਂ ਮੰਗਾਂ ਮੰਨਦੇ ਨੇ ਤਾਂ ਅਸੀਂ ਧੰਨਵਾਦ ਕਹਾਂਗੇ। ਡੱਲੇਵਾਲ ਸਾਹਿਬ, ਇਸ ਪੂਰੇ ਅੰਦੋਲਨ ਦੇ ਵਿੱਚ ਕਿਸਾਨ ਇੱਕ ਨਾਇਕ ਬਣ ਕੇ ਉੱਭਰਿਆ ਹੈ। ਇਸ ਨਾਇਕ ਤੋਂ ਲੋਕਾਂ ਨੇ ਬਹੁਤ ਸਾਰੀਆਂ ਉਮੀਦਾਂ ਲਾਈਆਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਨਾਇਕ ਹੈਗਾ ਇਹ ਸਿਰਫ ਕਿਸਾਨੀ ਦੀ ਹਾਲਤ ਸੁਧਾਰੂਗਾ ਜਾਂ ਦੇਸ਼ ਦੇ ਉੱਤੇ ਹੋਰ ਵੀ ਪ੍ਰਭਾਵ ਪੈਣਗੇ? ਜੇ ਪੈਣਗੇ ਤਾਂ ਕਿਹੜੇ ਪ੍ਰਭਾਵ ਪੈਣਗੇ? ਦੇਖੋ, ਮੈਂ ਸਮਝਦਾ ਕਿ ਸਾਡੀ ਮੇਨ ਮਨਸ਼ਾ ਜਿਹੜੀ ਇਹ ਹੈ, ਕੇਵਲ ਅੱਜ ਦੀ ਲੜਾਈ ਹੈ ਜਿਹੜੀ, ਇਹ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕਰਕੇ ਇਹਦੇ ਵਿੱਚੋਂ ਕਿਸਾਨਾਂ ਦੇ ਇਹ ਬਿੱਲ ਵਾਪਸ ਕਰਵਾਉਣੇ। ਹਾਂ, ਇਹ ਜ਼ਰੂਰ ਹੈ ਕਿ ਕਿਸਾਨਾਂ ਦੇ ਨਹੀਂ, ਪੂਰੇ ਦੇਸ਼ ਦੇ ਕੁਝ ਮੁੱਦੇ ਇਹੋ ਜਿਹੇ ਨੇ ਜਿਹੜੇ ਬਹੁਤ ਗੰਭੀਰ ਨੇ, ਜਿਨ੍ਹਾਂ ਨੇ ਇਕੱਲੇ ਕਿਸਾਨਾਂ ਨੂੰ ਹਿੱਟ ਨਹੀਂ ਕਰਨਾ, ਪੂਰੇ ਦੇਸ਼ ਨੂੰ ਮਾਰਨਾ ਹੈ। ਜਿਵੇਂ ਗੈਟ ਵਰਗੇ, ਗੈਟ ਦੇ ਉੱਤੇ ਸਾਈਨ ਕੀਤੇ ਆ ਭਾਰਤ ਸਰਕਾਰ ਨੇ, ਤਾਂ ਉਹ ਬਹੁਤ ਘਾਤਕ ਨੇ। ਜਿਸ ਤਰ੍ਹਾਂ ਅੱਜ ਪੂਰੇ ਦੇਸ਼ ਦੇ ਵਿੱਚੋਂ, ਵਰਲਡ ਦੇ ਵਿੱਚੋਂ ਸਾਨੂੰ ਸਹਿਯੋਗ ਲੋਕਾਂ ਨੇ ਦਿੱਤਾ ਹੈ, ਸਾਡੇ ਕੋਲ ਸ਼ਬਦ ਨਹੀਂ ਕਿਵੇਂ ਧੰਨਵਾਦ ਕਰੀਏ ਉਹਨਾਂ ਦਾ। ਔਰ ਉਸੇ ਤਰ੍ਹਾਂ ਅਗਰ ਉਹਨਾਂ ਦਾ ਸਹਿਯੋਗ ਸਾਡੇ ਨਾਲ ਰਿਹਾ ਤਾਂ ਹੋ ਸਕਦਾ ਆਉਣ ਵਾਲੀ ਲੜਾਈ ਸਾਡੀ ਗੈਟ ਦੇ ਸੰਬੰਧ 'ਚ ਹੋਵੇ, ਔਰ ਉਹ ਜਦੋਂ ਗੈਟ ਦੇ ਸੰਬੰਧ 'ਚ ਹੋਏਗੀ ਲੜਾਈ, ਉਹ ਇੱਕ ਤਰ੍ਹਾਂ ਦੀ ਦੇਸ਼ ਦੀ ਪੂਰਨ ਤੌਰ ਦੇ 'ਤੇ ਆਜ਼ਾਦੀ ਦੀ ਲੜਾਈ ਹੋਏਗੀ। ਜਿਹੜਾ ਗੈਟ ਦੇ ਰੱਸਿਆਂ ਦੇ ਨਾਲ ਬੰਨ੍ਹ ਕੇ ਦੇਸ਼ ਨੂੰ ਗੁਲਾਮ ਕਰਨ ਦਾ ਸਾਡੀ ਸਰਕਾਰਾਂ ਨੇ ਫੈਸਲੇ ਲਏ ਨੇ, ਉਹਦੇ ਤੋਂ ਆਜ਼ਾਦ ਕਰਾਉਣ ਦੀ ਲੜਾਈ ਹੋ ਸਕਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਲੜੀ ਜਾ ਸਕਦੀ ਹੈ। ਮੋਦੀ ਸਰਕਾਰ ਨੇ ਹੁਣ ਤੱਕ ਬਹੁਤ ਸਾਰੇ ਫੈਸਲੇ ਲਏ, ਪੈਰ ਕਦੇ ਪਿੱਛੇ ਨਹੀਂ ਖਿੱਚੇ ਹੈਗੇ, ਤੇ ਹੁਣ ਵੀ ਵਾਰ-ਵਾਰ ਤਾਰੀਫਾਂ ਕਰਦੇ ਨੇ ਖੇਤੀ ਕਾਨੂੰਨਾਂ ਦੀਆਂ। ਉਹ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਕਿਸਾਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ ਕੇਂਦਰ ਸਰਕਾਰ ਦੀ, ਇਸ ਦਾ ਜਿਹੜਾ ਸਿੱਟਾ ਹੋਊਗਾ ਕੀ ਨਿਕਲੂਗਾ? ਦੇਖੋ, ਮੈਂ ਸਮਝਦਾ ਹਾਂ ਕਿ ਜਿਹਦਾ ਪੁੱਤ ਸ਼ਰਾਬੀ ਹੋ ਜੇ, ਚੋਰੀਆਂ ਕਰਨ ਲੱਗ ਜੇ, ਕੁਝ ਵੀ ਕਰੇ, ਮਾਂ ਕਦੇ ਨਹੀਂ ਕਹਿੰਦੀ ਕਿ ਵੀ ਮੇਰਾ ਮਾੜਾ ਹੈ, ਉਹ ਹਮੇਸ਼ਾ ਆਪਦੇ ਨੂੰ ਚੰਗਾ ਕਹਿੰਦੀ ਹੈ। ਇਹ ਇਹਨਾਂ ਦਾ ਬਣਾਇਆ ਕਾਨੂੰਨ ਹੈ, ਇਹ ਆਪਦੇ ਕਾਨੂੰਨ ਨੂੰ ਕਦੇ ਮਾੜਾ ਨਹੀਂ ਕਹਿਣਗੇ। ਇਹ ਇੱਕ ਵਾਰੀ ਮੀਟਿੰਗ ਦੇ ਵਿੱਚ ਨਰਿੰਦਰ ਤੋਮਰ ਜੀ ਨੇ ਕਿਹਾ ਵੀ ਸਾਨੂੰ ਮੀਟਿੰਗ ਦੇ ਵਿੱਚ ਵੀ ਸਾਡਾ ਹੀ ਬਣਾਇਆ, ਅਸੀਂ ਇਹਨੂੰ ਮਾੜਾ ਕਿਵੇਂ ਕਹਿ ਦਾਂਗੇ। ਲੇਕਿਨ ਉਸੇ ਹੀ ਮੀਟਿੰਗ ਦੇ ਵਿੱਚ ਨਰਿੰਦਰ ਤੋਮਰ ਜੀ ਨੇ 3 ਤਰੀਕ ਨੂੰ ਫਿਰ ਇਹਦੇ ਤੋਂ 9 ਜਿਹੜੀਆਂ ਮਿਸਟੇਕਸ ਆ, ਜਿਹੜੀਆਂ ਨੁਕਸਾਨਦਾਇਕ ਗੱਲਾਂ ਹੈ, ਉਹ ਟਿਕ ਕੀਤੀਆਂ ਨੇ ਵੀ ਆਹ ਵੀ ਠੀਕ ਹੈ, ਗਲਤ ਹੈ, ਆਹ ਵੀ ਠੀਕ ਹੈ, ਗਲਤ ਹੈ, ਇਹ ਕੱਢਣ ਵਾਲੀ ਆਹ ਵੀ ਗਲਤੀ ਹੈ। ਜੇ ਉਹ 9 ਗਲਤੀਆਂ ਮੰਨਦੇ ਨੇ ਤਾਂ ਫਿਰ ਅੱਜ ਪ੍ਰਧਾਨ ਮੰਤਰੀ, ਜਾਂ ਤਾਂ ਮਤਲਬ ਪ੍ਰਧਾਨ ਮੰਤਰੀ ਜੀ ਦੇ ਨਾਲ ਇਹਨਾਂ ਦਾ ਤਾਲਮੇਲ ਨਹੀਂ ਹੈ, ਮੈਂ ਇਹ ਸਮਝਦਾ। ਇਹਨਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਹਜੇ ਮਤਲਬ ਇਹਨਾਂ ਗੱਲਾਂ ਤੋਂ ਜਾਣੂ ਹੀ ਨਹੀਂ ਕਰਾਇਆ ਵੀ ਆਪਣੇ ਕਾਨੂੰਨ ਦੇ ਵਿੱਚ ਆ ਗਲਤੀਆਂ। ਜੇ ਉਹਨਾਂ ਨੇ ਜਾਣੂ ਕਰਾਇਆ ਤੇ ਫਿਰ ਮੈਂ ਸਮਝੂਗਾ ਪ੍ਰਧਾਨ ਮੰਤਰੀ ਜੀ ਐਡੇ ਵੱਡੇ ਪਦ ਤੇ ਬੈਠੇ ਨੇ, ਉਹਨਾਂ ਨੂੰ ਝੂਠ ਨਹੀਂ ਮਾਰਨਾ ਚਾਹੀਦਾ ਕਿ ਜਦੋਂ ਮੰਨ ਚੁੱਕੀ ਹੈ ਉਹਨਾਂ ਦੀ ਸਰਕਾਰ ਕਿ ਇਹਦੇ 'ਚ ਗਲਤੀਆਂ ਹੈ, ਸੋਧਾਂ ਕਰਨ ਨੂੰ ਮੰਨ ਰਹੀ ਹੈ, ਫਿਰ ਇਹ ਚੰਗੇ ਕਿਵੇਂ ਮੰਨ ਰਹੀ ਹੈ ਸਰਕਾਰ, ਕਿਵੇਂ ਕਹਿ ਰਹੀ ਵੀ ਚੰਗੇ ਹੈ। ਸੋ ਸਰਕਾਰ ਨੂੰ ਥੋੜ੍ਹਾ ਜਿਹਾ ਇਹਦੇ 'ਤੇ ਮਤਲਬ ਇਹੋ ਜਿਹਾ ਪੱਖ ਨਹੀਂ ਦੇਣਾ ਚਾਹੀਦਾ। ਸਰਕਾਰ ਨੂੰ ਇਮਾਨਦਾਰੀ ਨਾਲ ਮੰਨ ਲੈਣਾ ਚਾਹੀਦਾ ਕਿ ਕਾਨੂੰਨ ਇਹਨਾਂ ਦੇ ਐਗਰੀਕਲਚਰ ਮਿਨਿਸਟਰ ਮੰਨ ਗਏ ਨੇ ਕਿ ਅਸੀਂ ਇਹ ਕਾਨੂੰਨ ਹੈ ਜਿਹੜੇ ਉਹ ਕਮਰਸ਼ੀਅਲ ਕਰਨ ਵਾਸਤੇ, ਐਗਰੀਕਲਚਰ ਨੂੰ ਕਮਰਸ਼ੀਅਲ ਕਰਨ ਵਾਸਤੇ ਬਣਾਏ ਨੇ, ਅਸੀਂ ਟ੍ਰੇਡ ਐਂਡ ਕਮਰਸ ਵਾਸਤੇ ਬਣਾਏ ਨੇ। ਅਗਰ ਤੁਸੀਂ ਟ੍ਰੇਡ ਐਂਡ ਕਮਰਸ ਵਾਸਤੇ ਇਹ ਕਾਨੂੰਨ ਬਣਾਏ ਨੇ ਤਾਂ ਐਗਰੀਕਲਚਰ ਟ੍ਰੇਡ ਐਂਡ ਕਮਰਸ ਦਾ ਪਾਰਟ ਨਹੀਂ ਹੈ, ਇਸ 'ਤੇ ਤੁਸੀਂ ਕਾਨੂੰਨ ਨਹੀਂ ਬਣਾ ਸਕਦੇ, ਇਹ ਤੁਸੀਂ ਗਲਤ ਬਣਾਏ ਨੇ। ਤੁਸੀਂ ਕੀ ਚਾਹੁੰਦੇ ਹੋ, ਇਹ ਕਾਨੂੰਨ ਸਟੇਟ ਦਾ ਅਧਿਕਾਰ ਹੋਣਾ ਚਾਹੀਦਾ, ਸਟੇਟ ਬਣਾਉਣਾ ਚਾਹੀਦਾ? ਦੇਖੋ, ਬੜਾ ਸਪਸ਼ਟ ਗੱਲ ਹੈ ਕਿ ਸਟੇਟ ਦਾ ਅਧਿਕਾਰ ਹੋਣਾ ਚਾਹੀਦਾ ਹੈ। ਹਰ ਸਟੇਟ ਨੂੰ ਆਪਦੇ ਕੁਝ ਅਧਿਕਾਰ ਮਿਲੇ ਹੋਏ ਨੇ, ਹਰ ਸਟੇਟ ਦਾ ਆਪਣਾ ਇੱਕ ਸਿਸਟਮ ਹੈ। ਭਾਰਤ ਦੀ ਜਿਹੜੀ ਭੂਗੋਲਿਕ ਦਸ਼ਾ ਹੈ, ਆਪਾਂ ਸਾਰੇ ਜਾਣਦੇ ਹਾਂ, ਕਿਤੇ ਕਿਸ ਤਰ੍ਹਾਂ ਦੀ ਹੈ, ਕਿਤੇ ਕਿਸ ਤਰ੍ਹਾਂ ਦੀ ਹੈ, ਕਿਤੇ ਕਿਸ ਤਰ੍ਹਾਂ ਦੀ, ਕਿਤੇ ਕਿਸ ਤਰ੍ਹਾਂ ਦੀ ਹੈ। ਹਰ ਸਟੇਟ ਨੇ ਆਪਦੀ ਸਟੇਟ ਨੂੰ ਆਪਦੇ ਢੰਗ ਨਾਲ ਮਤਲਬ ਹੈਂਡਲ ਕਰਨਾ, ਉਹਨੂੰ ਆਪਦੇ ਢੰਗ ਨਾਲ ਚਲਾਉਣਾ। ਇੱਕ ਮੰਡੀ ਇੱਕ ਦੇਸ਼ ਵਾਲੀ ਗੱਲ ਕਿਵੇਂ ਚੱਲ ਸਕੂਗੀ? ਹਾਲਾਂਕਿ ਕਹਿ ਰਹੇ ਨੇ ਇੱਕ ਮੰਡੀ ਇੱਕ ਦੇਸ਼, ਬਣਾ ਰਹੇ ਨੇ ਇੱਕ ਦੇਸ਼ ਦੋ ਮੰਡੀਆਂ। ਇੱਕ ਪਾਸੇ ਪ੍ਰਾਈਵੇਟ ਮੰਡੀ ਚੱਲੇਗੀ, ਇੱਕ ਪਾਸੇ ਸਰਕਾਰੀ ਮੰਡੀ ਚੱਲੇਗੀ। ਦੱਸੋ ਇੱਕ ਦੇਸ਼ ਇੱਕ ਮੰਡੀ ਵਾਲੀ ਗੱਲ ਹੋਈ? ਤਾਂ ਇਹ ਸਰਕਾਰ ਨੂੰ ਮਤਲਬ ਇਹਨਾਂ ਗੱਲਾਂ ਨੂੰ, ਇਹ ਸਾਡੇ ਰਾਜਾਂ ਦਾ ਅਧਿਕਾਰ ਹੈ, ਇਹਨੂੰ ਰਾਜਾਂ 'ਤੇ ਛੱਡਣਾ ਚਾਹੀਦਾ। ਸੈਂਟਰ ਗੌਰਮੈਂਟ ਨੂੰ ਇਹ 'ਚ ਦਖਲਅੰਦਾਜ਼ੀ ਨਹੀਂ। 4 ਜਨਵਰੀ ਦੀ ਬੈਠਕ ਦੇ ਵਿੱਚ ਕੇਂਦਰ ਕਹਿੰਦੀ ਕਿ ਰਾਜਾਂ ਦਾ ਅਧਿਕਾਰ ਹੈ, ਅਸੀਂ ਜਾਓ ਰਾਜਾਂ 'ਤੇ ਛੱਡਿਆ, ਇਹ ਜਿਹੜਾ ਅਸੀਂ ਮਾਡਲ ਦੇ ਦਿੰਦੇ ਹਾਂ, ਸੂਬੇ ਲਾਗੂ ਕਰਨ ਚਾਹੇ ਨਾ ਕਰਨ, ਉਹਨਾਂ ਦੀ ਮਰਜ਼ੀ ਹੈ। ਫਿਰ ਉਸ ਤੋਂ ਬਾਅਦ ਤੁਹਾਡੀ ਪ੍ਰਤੀਕਿਰਿਆ ਕੀ ਹੋਏਗੀ? ਨੋਟ ਕਰੋ ਇਸ ਗੱਲ ਨੂੰ, ਬੜਾ ਧਿਆਨ ਨਾਲ ਸਮਝਣ ਵਾਲੀ ਗੱਲ ਹੈ ਕਿ ਸਰਕਾਰ ਕਹਿ ਸਕਦੀ ਹੈ ਇਹ ਜਿਹੀਆਂ ਗੱਲਾਂ। ਇੱਕ ਭੂਮੀ ਅਧਿਗ੍ਰਹਿਣ ਕਾਨੂੰਨ ਆਇਆ ਥਾ ਬਹੁਤ ਚਿਰ ਪਹਿਲਾਂ, ਵਾਪਸ ਲੈਣਾ ਪਿਆ ਸਰਕਾਰ ਨੂੰ। ਇੱਥੇ ਤੇ ਵਾਪਸ ਲੈ ਲਿਆ, ਲੇਕਿਨ ਜਿਹੜੀਆਂ ਸਟੇਟਾਂ ਦੇ ਵਿੱਚ ਇਹਨਾਂ ਦੀ ਸਰਕਾਰ ਬਣ ਗਈ, ਉਹਨਾਂ ਸਰਕਾਰਾਂ ਤੋਂ ਉਹ ਕਾਨੂੰਨ ਨੂੰ ਜਾ ਕੇ ਬਣਵਾ ਕੇ ਲਾਗੂ ਕਰਵਾਤਾ। ਇਹ ਕੀਤਾ ਸਾਡੇ ਮਤਲਬ ਇਸੇ ਬੀਜੇਪੀ ਸਰਕਾਰ ਨੇ।
ਤਾਂ ਸਾਨੂੰ ਪਤਾ ਇਸ ਗੱਲ ਦਾ ਕਿ ਇੱਥੇ ਅਗਰ ਇਹ ਗੱਲ ਕਰਦੀ ਹੈ ਸਰਕਾਰ ਕਿ ਜਦੋਂ ਮਤਲਬ ਹੁਣ ਪੰਜਾਬ ਹੈ, ਪੰਜਾਬ ਦੇ ਵਿੱਚ ਇਸ ਵਾਰੀ ਬਿਹਾਰ ਦੇ ਵਿੱਚ ਸਰਕਾਰ ਕਿਵੇਂ ਬਣੀ ਹੈ ਸਰਕਾਰ ਦੀ ਸਾਰੇ ਲੋਕਾਂ ਨੂੰ ਪਤਾ ਹੈ। ਬਹੁਤ ਤਰ੍ਹਾਂ ਦੇ ਹੱਥਕੰਡੇ ਵਰਤਦੀਆਂ ਸਰਕਾਰਾਂ, ਆ ਫਾਈਨੈਂਸ਼ੀਅਲ ਇੰਨੀ ਸਟਰੋਂਗ ਆ ਸਰਕਾਰ ਕਿ ਜੋ ਕੁਛ ਮਰਜ਼ੀ ਕਰ ਸਕਦੀ ਹੈ। ਤਾਂ ਪੂਰੇ ਭਾਰਤ ਦੇ ਵਿੱਚ ਆਪਦੀ ਸਰਕਾਰ ਲਿਆ ਕੇ ਜਿੱਥੇ ਜਿੱਥੇ ਵੀ ਇਹਨਾਂ ਦੀ ਸਰਕਾਰ ਆਉਂਦੀ ਜਾਏਗੀ ਉੱਥੇ ਉੱਥੇ ਕਾਨੂੰਨ ਲਾਗੂ ਕਰਦੇ ਜਾਣਗੇ ਔਰ ਇੱਥੋਂ ਕਹਿ ਦੇਣਗੇ ਵੀ ਅਸੀਂ ਵਾਪਸ ਲੈ ਲਏ ਤੇ ਰਾਜਾਂ ਤੇ ਛੱਡਿਆ ਸੀ। ਸੋ ਇਸ ਗੱਲ ਦੇ ਨਾਲ ਅਸੀਂ ਕਿਸਾਨ ਕਦੇ ਵੀ ਸਹਿਮਤ ਨਹੀਂ। ਅਸੀਂ ਚਾਹੁੰਦੇ ਹਾਂ ਕਿ ਕਾਨੂੰਨ ਨੂੰ ਮਤਲਬ ਵਾਪਸ ਲਿਆ ਜਾਵੇ। ਜਗਜੀਤ ਸਿੰਘ ਜੀ, ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੁੰਦਾ, ਤੁਸੀਂ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨ ਦੀ ਕੋਸ਼ਿਸ਼ ਕਰਦੀ ਹੈ, ਆਪਣੇ ਕਈ ਬੰਦੇ ਵਿੱਚ ਛੱਡ ਦਿੰਦੀ ਹੈ, ਇਦਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। 26 ਜਨਵਰੀ ਨੂੰ ਤੁਸੀਂ ਵੱਡਾ ਫੈਸਲਾ ਲੈ ਲਿਆ ਪ੍ਰੇਡ ਕਰਨ ਦਾ, ਵੱਡੀ ਗਿਣਤੀ ਵਿੱਚ ਜੇ ਉੱਥੇ ਲੋਕ ਇਕੱਠੇ ਹੋਣਗੇ, ਨੌਜਵਾਨ ਇਕੱਠੇ ਹੋਣਗੇ, ਜੇ ਕੇਂਦਰ ਸਰਕਾਰ ਨੇ ਉਸ ਵਿੱਚ ਆਪਣੇ ਬੰਦੇ ਛੱਡ ਦਿੱਤੇ, ਹੁਣ ਤੱਕ ਤੁਸੀਂ ਸ਼ਾਂਤਮਈ ਲੈ ਕੇ ਆਏ ਹੋ ਇਸ ਅੰਦੋਲਨ ਨੂੰ ਇੱਥੋਂ ਤੱਕ, ਤੇ ਇੱਕ ਤੁਹਾਨੂੰ ਨਹੀਂ ਲੱਗਦਾ ਕਿ ਹਲਕੀ ਜਿਹੀ ਵੀ ਕੋਈ ਗਲਤੀ ਜਾਂ ਚੁੱਕ ਹੋਈ ਤਾਂ ਆਉਣ ਵਾਲੇ ਸਮੇਂ 'ਚ ਇਹ ਜਿਹੜਾ ਅੰਦੋਲਨ ਹੈਗਾ ਉਹ ਕੇਂਦਰ ਸਰਕਾਰ ਆਪਣੀਆਂ ਜਿਹੜੀ ਕੋਸ਼ਿਸ਼ਾਂ ਕਰ ਰਹੀ ਉਸ ਸਫਲ ਹੋ ਸਕਦੀ ਹੈ? ਨਹੀਂ, ਦੇਖੋ ਸਾਡਾ ਯਤਨ ਹੈ ਜਿਹੜਾ ਕਿ ਅਸੀਂ ਪੂਰੀ ਤਰ੍ਹਾਂ ਮਤਲਬ ਆਪਦੇ ਨੌਜਵਾਨ ਤਾਇਨਾਤ ਕੀਤੇ ਹੋਏ, ਤੁਸੀਂ ਦੇਖ ਰਹੇ ਹੋ ਰੋਜ਼ ਉੱਥੇ ਸਾਰਾ ਕੁਝ ਦੇਖਦੇ ਹੋ। ਤਾਂ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਦੀ ਜਿਹੜੀ ਜਦੋਂ ਵੀ ਇਹਨਾਂ ਦਾ ਆਦਮੀ ਸਾਡੀ ਇਸ ਧਰਨੇ ਪ੍ਰਦਰਸ਼ਨ ਵਾਲੇ ਥਾਂ ਤੇ ਐਂਟਰ ਹੁੰਦਾ ਹੈ, ਅਸੀਂ ਮੇਰਾ ਖਿਆਲ ਹੈ 10-15 ਮਿੰਟ ਦੇ ਵਿੱਚ ਅਸੀਂ ਜਾਂ 20 ਮਿੰਟ ਤੋਂ ਪਹਿਲਾਂ ਅਸੀਂ ਉਹ ਬੰਦੇ ਨੂੰ ਮਤਲਬ ਆਇਡੈਂਟੀਫਾਈ ਕਰਕੇ ਫੜ ਲੈਂਦੇ ਹਾਂ। ਤਾਂ ਸਾਡੇ ਨੌਜਵਾਨ ਫਿਰ ਸਤਰਕ ਨੇ, ਸਾਡੇ ਜਿਹੜੇ ਵਲੰਟੀਅਰਸ ਨੇ ਪੂਰੀ ਤਰ੍ਹਾਂ ਸਤਰਕਤਾ ਦੇ ਨਾਲ ਚੱਲਣਗੇ ਔਰ ਵਲੰਟੀਅਰਾਂ ਦੀ ਅਸੀਂ ਗਿਣਤੀ ਬਹੁਤ ਵੱਡੀ ਪੱਧਰ ਤੇ ਵਧਾਵਾਂਗੇ ਤਾਂ ਕਿ ਕਿਸੇ ਤਰ੍ਹਾਂ ਦੀ ਮਤਲਬ ਕੋਈ ਗੜਬੜ ਨਾ ਹੋ ਸਕੇ। ਇਹ ਅਸੀਂ ਕੰਟਰੋਲ ਕਰਾਂਗੇ ਔਰ ਸਰਕਾਰ ਨੂੰ ਅਜਿਹਾ ਕੋਈ ਮੌਕਾ ਨਹੀਂ ਦੇਵਾਂਗੇ ਕਿ ਸਰਕਾਰ ਇਹ 'ਚ ਗੜਬੜ ਕਰੇ। ਔਰ ਸਰਕਾਰਾਂ ਕਰਦੀਆਂ ਹੁੰਦੀਆਂ ਫਿਰ ਇਹ ਸਰਕਾਰ ਦੀ ਮਰਜ਼ੀ ਹੈ, ਜੇ ਸਰਕਾਰ ਕਰਨਾ ਚਾਹੁੰਦੀ ਹੈ ਤਾਂ ਅਸੀਂ ਪੂਰੀ ਤਰ੍ਹਾਂ ਪੀਸਫੁਲੀ ਕਰਾਂਗੇ, ਪੂਰੀ ਤਰ੍ਹਾਂ ਸ਼ਾਂਤਮਈ। ਸਾਡਾ ਪ੍ਰੋਟੈਸਟ ਨਹੀਂ ਹੈ, ਇਹਨੂੰ ਪ੍ਰੋਟੈਸਟ ਨਹੀਂ ਮੰਨਣਾ ਚਾਹੀਦਾ। ਅਸੀਂ ਤੇ ਉਸ ਦਿਨ ਸਾਡੇ ਗਣਤੰਤਰ ਦਿਵਸ ਨੂੰ ਅਸੀਂ ਸਨਮਾਨ ਨਾਲ ਮਨਾਉਣਾ ਚਾਹੁੰਦੇ ਹਾਂ ਔਰ ਸਰਕਾਰ ਨੂੰ ਸਾਨੂੰ ਮਨਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਲੋਹੜੀ ਦਾ ਤਿਉਹਾਰ ਪੰਜਾਬੀ ਬੜੀ ਚਾਅ ਨਾਲ ਮਨਾਉਂਦੇ ਨੇ, ਖੁਸ਼ੀਆਂ ਨਾਲ ਮਨਾਉਂਦੇ ਨੇ, ਪੂਰਾ ਦੇਸ਼ ਹੀ ਲੋਹੜੀ ਦਾ ਤਿਉਹਾਰ ਬੜੀ ਖੁਸ਼ੀ ਨਾਲ ਮਨਾਉਂਦਾ। ਪਹਿਲੀ ਵਾਰ ਤੁਸੀਂ ਇੱਥੇ ਕਿਹਾ ਕਿ ਲੋਹੜੀ ਵਾਲੇ ਦਿਨ ਜਿਹੜੇ ਕੇਂਦਰ ਦੇ ਕਾਨੂੰਨ ਹੈਗੇ ਨੇ ਉਹਦੀਆਂ ਕਾਪੀਆਂ ਫੂਕੀਆਂ ਜਾਣਗੀਆਂ ਲੋਹੜੀ ਦੇ ਵਿੱਚ, ਇਹ ਫੈਸਲਾ ਕਿਉਂ ਲਿਆ ਗਿਆ? ਦੇਖੋ, ਸਾਡੇ ਲਈ ਉਹ ਕਾਲੇ ਕਾਨੂੰਨ ਨੇ, ਅਸੀਂ ਉਹ ਕਾਨੂੰਨ ਨੂੰ ਮੰਨਦੇ ਹੀ ਨਹੀਂ, ਉਹਨਾਂ ਨੂੰ ਕਾਨੂੰਨ ਨੂੰ ਰੱਖਣ ਦੀ ਲੋੜ ਹੀ ਨਹੀਂ ਹੈ ਸਾਨੂੰ। ਪਹਿਲੀ ਗੱਲ ਤੁਸੀਂ ਦੇਖ ਰਹੇ ਹੋ ਦੀਵਾਲੀ ਵੀ ਕਿਸਾਨ ਦੀ ਅੰਦੋਲਨ 'ਚ ਹੀ ਹੋਈ, ਕ੍ਰਿਸਮਸ ਵੀ ਇਸੇ ਅੰਦੋਲਨ 'ਚ ਹੋਈ, ਨਵਾਂ ਸਾਲ ਚੜਿਆ ਉਹ ਵੀ ਇਸੇ ਅੰਦੋਲਨ 'ਚ ਹੋਇਆ, ਅੱਜ ਲੋਹੜੀ ਆ ਰਹੀ ਹੈ ਉਹ ਵੀ ਇਸੇ ਅੰਦੋਲਨ 'ਚ ਹੋ ਰਹੀ ਹੈ। ਤਾਂ ਸਾਡਾ ਜਿਹੜੇ ਦਿਨ ਨੇ ਇਹ ਅਸੀਂ ਜਦੋਂ ਅੰਦੋਲਨ ਦੇ ਵਿੱਚ ਬੈਠੇ ਨੇ, ਪੂਰਾ ਦੇਸ਼ ਅੰਦੋਲਨ ਕਰ ਰਿਹਾ ਹੈ, ਉਸ ਵੇਲੇ ਇਹਨਾਂ ਤਿਉਹਾਰਾਂ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਔਰ ਇਹ ਕਾਲੇ ਦਿਨ ਸਾਡੇ ਵਾਸਤੇ ਜਿਹੜੇ ਕਾਲੇ ਕਾਨੂੰਨ ਲੈ ਕੇ ਆ ਰਹੀ ਸਰਕਾਰ, ਇਹਨਾਂ ਕਾਲੇ ਕਾਨੂੰਨਾਂ ਨੂੰ ਅਸੀਂ ਉਸ ਲੋਹੜੀ ਤੇ ਉਸ ਦੀਵਾਲੀ ਦੇ ਉੱਤੇ ਜਿਹੜਾ ਪਿੱਛੇ ਵੀ ਪ੍ਰੋਟੈਸਟ ਹੋਇਆ, ਦੀਵਾਲੀ ਵੇਲੇ ਵੀ ਹੋਇਆ, ਦੁਸਹਿਰੇ ਮੌਕੇ ਵੀ ਹੋਇਆ, ਤੁਸੀਂ ਦੇਖਿਆ ਸਾਰਿਆਂ ਨੇ। ਔਰ ਉਸੇ ਤਰੀਕੇ ਦੇ ਨਾਲ ਮਤਲਬ ਇਹਨੂੰ ਰੋਸ ਵਜੋਂ ਇਹ ਅਸੀਂ ਪ੍ਰੋਟੈਸਟ ਕਰਾਂਗੇ। ਜਗਜੀਤ ਸਿੰਘ ਜੀ, ਜਿੱਦਾਂ ਕਿ ਤੁਸੀਂ ਫੈਸਲਾ ਲਿਆ ਕਿ 23 ਤਰੀਕ ਨੂੰ ਜਿਹੜੇ ਰਾਜਪਾਲ ਨੇ ਉਹਨਾਂ ਦੇ ਘਰਾਂ ਦਾ ਘਿਰਾਓ ਕੀਤਾ ਜਾਏਗਾ, ਇਸ ਫੈਸਲੇ ਨਾਲ ਕੀ ਪ੍ਰਭਾਵ ਜਾਊਗਾ, ਕੀ ਅਸਰ ਪਊਗਾ ਕੇਂਦਰ ਸਰਕਾਰ ਦੇ ਉੱਤੇ? ਘਰਾਂ ਦਾ ਘਿਰਾਓ ਕਰਨ ਦਾ ਨਹੀਂ ਹੈ, ਇਹਨੂੰ ਦਰੁਸਤ ਕਰਨ ਦੀ ਲੋੜ ਹੈ ਕਿ ਜਿਹੜਾ ਅਸੀਂ ਉਹ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਉਧਰ ਨੂੰ ਮਾਰਚ ਕਰਾਂਗੇ, ਰਾਜਪਾਲ ਭਵਨ ਵੱਲ ਨੂੰ ਮਾਰਚ ਕਰਾਂਗੇ। ਉੱਥੇ ਜਾ ਕੇ ਅਸੀਂ ਆਪਦੀ ਮਤਲਬ ਮੰਗ ਰੱਖਾਂਗੇ, ਆਪ ਜੀ ਦੇ ਮਾਧਿਅਮ ਦੇ ਰਾਹੀਂ, ਮੀਡੀਆ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਆਪਦੀ ਗੱਲ ਲੈ ਕੇ ਜਾਵਾਂਗੇ। ਸਾਨੂੰ ਪਤਾ ਹੈ ਕਿ ਅਸੀਂ ਪਿੱਛੇ ਇੱਕ ਮੰਗ ਪੱਤਰ ਦਿੱਤਾ ਹੈ ਗਵਰਨਰ ਪੰਜਾਬ ਨੂੰ, ਉਹਨਾਂ ਨੇ ਸਾਡਾ ਮੰਗ ਪੱਤਰ ਲੈਣ ਨਹੀਂ ਉਤਰੇ, ਕੋਵਿਡ ਦਾ ਬਹਾਨਾ ਲਾ ਕੇ। ਤਾਂ ਇਹ ਅਸੀਂ ਸਮਝਦੇ ਹਾਂ ਕਿ ਇੱਥੇ ਕਿਸੇ ਨੇ ਸਾਡਾ ਮੰਗ ਪੱਤਰ ਲੈਣਾ ਨਹੀਂ, ਕੋਈ ਉੱਥੇ ਉਹ ਨਹੀਂ ਹੈ। ਸਾਡਾ ਤਾਂ ਕੇਵਲ ਇੱਕ ਮਾਰਚ ਕਰਕੇ, ਇੱਕ ਪ੍ਰੋਟੈਸਟ ਉਧਰ ਨੂੰ ਕਰਕੇ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਲੋਕ ਸਾਡਾ ਹੀ ਇਹ ਪ੍ਰਤੀਨਿਧੀ ਹੈ ਜਿਹੜਾ ਗਵਰਨਰ ਬੈਠਾ ਹੈ, ਲੋਕ ਇਹਨਾਂ ਨੂੰ ਵੀ ਟਾਰਗੇਟ ਕਰ ਰਹੇ ਨੇ, ਇਧਰ ਨੂੰ ਵੀ ਮਤਲਬ ਲੋਕ ਆਪਦਾ ਰੋਸ ਜ਼ਾਹਰ ਕਰਦੇ ਨੇ, ਉੱਥੋਂ ਵੀ ਸਾਡੇ ਪ੍ਰਤੀ ਸਾਡੇ ਹੱਕ ਦੇ ਵਿੱਚ ਆਵਾਜ਼ ਆਵੇ, ਇਸ ਲਈ ਪ੍ਰੋਟੈਸਟ ਕਰ। ਤੁਹਾਨੂੰ ਲਗਭਗ 80 ਤੋਂ ਵੱਧ ਦੇਸ਼ਾਂ ਦੇ ਵਿੱਚ NRI ਸੁਣ ਰਹੇ ਨੇ ਇਸ ਵੇਲੇ, ਉਹਨਾਂ ਨੂੰ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ? ਦੇਖੋ, NRI ਵੀਰਾਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਸੀਂ। ਬੜਾ ਪਿਆਰ ਮਿਲ ਰਿਹਾ ਸਾਨੂੰ NRI ਵੀਰਾਂ ਵੱਲੋਂ, ਤੁਸੀਂ ਆਪਦੇ ਢੰਗ ਨਾਲ ਬੜਾ ਸਪੋਰਟ ਦੇ ਰਹੇ ਹੋ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠਿਆਂ ਨੇ ਤੁਸੀਂ ਸਾਡੇ ਅੰਦੋਲਨ ਦੀ ਮਦਦ ਕੀਤੀ ਹੈ, ਸਹਾਇਤਾ ਹਰ ਪੱਖੋਂ ਕੀਤੀ ਹੈ। ਅਸੀਂ ਇਹ ਬੇਨਤੀ ਕਰਾਂਗੇ ਵੀਰੋ, ਇਸ ਅੰਦੋਲਨ ਦੇ ਨਾਲ ਦਿਲੋਂ ਜੁੜੇ ਹੋ, ਤਹਿ ਦਿਲੋਂ ਧੰਨਵਾਦ ਤੁਹਾਡਾ, ਸ਼ੁਕਰੀਆ। ਆ ਜਿਹੜੀਆਂ ਕਾਲਾਂ ਅਸੀਂ ਮਤਲਬ ਅਨਾਉਂਸ ਕਰ ਰਹੇ ਹਾਂ, ਆਪਦੇ ਢੰਗ ਦੇ ਨਾਲ ਇਹਨਾਂ ਕਾਲਾਂ ਨੂੰ ਦੇਸ਼ ਦੇ ਵਿੱਚ ਲਾਗੂ ਕਰਨ ਦੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਗੂ ਕਰਨ ਦਾ ਯਤਨ ਕਰੋ ਤਾਂ ਕਿ ਆਪਣਾ ਦਬਾਅ ਇੱਥੋਂ ਦੀ ਭਾਰਤ ਸਰਕਾਰ ਤੇ ਵਧੇ, ਆਪਾਂ ਸਫਲਤਾ ਹਾਸਲ ਕਰੀਏ। ਧੰਨਵਾਦ, ਸ਼ੁਕਰੀਆ ਜੀ ਗੱਲਬਾਤ ਕਰਨ ਲਈ। ਸੋ ਇਸ ਦਿਨ ਜਗਜੀਤ ਸਿੰਘ ਡੱਲੇਵਾਲ ਜੀ, ਜਿਨ੍ਹਾਂ ਨਾਲ ਵਿਸਥਾਰਪੂਰਵਕ ਗੱਲ ਹੋਈ ਹੈ, ਜਿਹੜੇ ਫੈਸਲੇ ਲਏ ਗਏ ਨੇ ਅੱਜ
ਕਿਸਾਨ ਜਥੇਬੰਦੀਆਂ ਦੇ 7 ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਦੇ ਵੱਲੋਂ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਪ੍ਰੋਟੈਸਟ ਹੋਏਗਾ ਉਹ ਸ਼ਾਂਤੀਪੂਰਨ ਹੋਏਗਾ। ਕੇਂਦਰ ਸਰਕਾਰ ਨੇ ਦੇਖਣਾ ਹੈ ਕਿ ਉਹ ਹੁਣ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਜਾਂ ਨਹੀਂ ਮੰਨਦੀ। ਜਿਹੜੇ ਵੱਡੇ ਵੱਡੇ ਫੈਸਲੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਇਹ ਹੈਗਾ ਕਿ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਜਾਊਗੀ ਕਿਸਾਨਾਂ ਦੇ ਵੱਲੋਂ ਦਿੱਲੀ ਦੇ ਵਿੱਚ। ਉਸ ਤੋਂ ਪਹਿਲਾਂ ਇਸ ਦੀਆਂ ਤਿਆਰੀਆਂ ਵੀ ਕੀਤੀਆਂ ਜਾਣਗੀਆਂ, ਉਸ ਨੂੰ ਲੈ ਕੇ ਵੀ ਪ੍ਰੇਰਣਾ ਕੀਤੀਆਂ ਜਾਣਗੀਆਂ। ਨਾਲ ਹੀ 15 ਦਿਨ ਪੂਰੇ ਭਾਂਡਾ ਫੋੜ ਪ੍ਰਦਰਸ਼ਨ ਕੀਤੇ ਜਾਣਗੇ। ਪੂਰੇ ਦੇਸ਼ ਦੇ ਵਿੱਚ ਵੱਡੇ ਪੱਧਰ ਉੱਤੇ ਧਰਨੇ ਮੁਜ਼ਾਹਰੇ ਕੀਤੇ ਜਾਣਗੇ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਨ ਮੌਕੇ ਉਸ ਵੇਲੇ ਜਿਹੜੇ ਰਾਜਪਾਲ ਹੈਗੇ ਨੇ ਉਹਨਾਂ ਦੇ ਅੱਗੇ ਧਰਨੇ ਦਿੱਤੇ ਜਾਣਗੇ, ਉਹਨਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ ਤਾਂ ਜਿਹੜਾ ਕਿਸਾਨਾਂ ਦਾ ਮਸਲਾ ਹੈਗਾ ਉਹ ਹੱਲ ਹੋ ਸਕੇ। 4 ਜਨਵਰੀ ਨੂੰ ਹੁਣ ਦੁਬਾਰਾ ਕੇਂਦਰ ਦੇ ਨਾਲ ਬੈਠਕ ਹੈਗੀ ਹੈ। ਦੇਖਣਾ ਬੜਾ ਦਿਲਚਸਪ ਹੋਏਗਾ ਕਿ ਉਸ ਬੈਠਕ ਦੇ ਵਿੱਚ ਹੁਣ ਕੇਂਦਰ ਸਰਕਾਰ ਕੀ ਫੈਸਲਾ ਲੈਂਦੀ। ਰਾਜੇਵਾਲ ਜੀ ਸਾਡੇ ਨਾਲ ਮੌਜੂਦ ਨੇ। ਸਰ, ਜਦੋਂ 4 ਜਨਵਰੀ ਨੂੰ ਬੈਠਕ ਹੋਣ ਜਾ ਰਹੀ ਹੈ ਉਸ ਤੋਂ ਪਹਿਲਾਂ ਹੀ ਤੁਸੀਂ ਬੜੇ ਸਖਤ ਔਰ ਵੱਡੇ ਫੈਸਲੇ ਲਏ ਨੇ। ਤੁਹਾਨੂੰ ਪਹਿਲਾਂ ਕੋਈ ਸ਼ੰਕਾ ਹੈ ਕੇਂਦਰ ਸਰਕਾਰ ਦੇ ਉੱਤੇ ਕਿ 4 ਜਨਵਰੀ ਨੂੰ ਗੱਲ ਨਹੀਂ ਬਣੇਗੀ? 38 ਦਿਨ ਬੈਠਿਆਂ ਨੂੰ ਹੋ ਗਏ ਤੇ ਜੇ ਸਰਕਾਰ ਇੰਨੀ ਇਮਾਨਦਾਰ ਹੁੰਦੀ, ਇਹ ਕਿਸਾਨ ਹੈ, ਕੋਈ ਪੋਲੀਟੀਕਲ ਪਾਰਟੀ ਨਹੀਂ, ਉਹਨਾਂ ਦੇ ਕੋਈ ਪੋਲੀਟੀਕਲ ਓਪੋਨੈਂਟ ਨਹੀਂ। ਇੱਕ ਪਾਸੇ ਤੋਂ ਜ਼ੋਰ ਦੀ ਚੀਖ ਕੇ ਕਹਿ ਰਹੇ ਨੇ ਅੰਨਦਾਤਾ ਅੰਨਦਾਤਾ ਅੰਨਦਾਤਾ, ਫਿਰ ਉਸੇ ਅੰਨਦਾਤਾ ਨੂੰ ਸੜਕਾਂ ਤੇ ਠੰਡ ਦੇ ਵਿੱਚ ਬਿਠਾਇਆ ਹੋਇਆ ਤੇ ਇਹਨਾਂ ਦਾ ਕੋਈ ਇਖਲਾਕੀ ਡਿਊਟੀ ਨਹੀਂ ਬਣਦੀ ਅੰਨਦਾਤਾ ਨੂੰ ਨਾ ਰੋਲਣ। ਔਰ ਉਸ ਵੇਲੇ ਜਦੋਂ ਕੋਵਿਡ ਵਿੱਚ ਸਭ ਕੁਝ ਫੇਲ ਹੋ ਗਿਆ, ਉਦੋਂ ਇਸ ਅੰਨਦਾਤਾ ਦੇ ਪੈਦਾ ਕੀਤੇ ਅੰਨ ਨੇ ਦੇਸ਼ ਨੂੰ ਬਚਾਇਆ, ਨਹੀਂ ਇੱਥੇ ਫੂਡ ਰਿਓਰਟਸ ਹੋ ਜਾਂਦੇ। ਤਾਂ ਜੇ ਸਰਕਾਰ ਦਾ ਕੋਈ ਇਖਲਾਕ ਹੀ ਨਹੀਂ ਤਾਂ ਮੈਂ ਉਹਦੇ ਤੇ ਕੀ ਕਮੈਂਟ ਕਰ ਸਕਦਾ। ਰਾਜਪਾਲ ਸਾਹਿਬ, ਸਵਾਲ ਇਹ ਹੈ ਕਿ ਜੇ 4 ਜਨਵਰੀ ਦੀ ਬੈਠਕ ਦੇ ਵਿੱਚ ਤੁਸੀਂ ਵਾਰ-ਵਾਰ ਇਹ ਗੱਲ ਆਖ ਰਹੇ ਹੋ ਕਿ ਇਹ ਸਟੇਟ ਦਾ ਅਧਿਕਾਰ ਹੈ, ਖੇਤੀ ਦਾ, ਐਗਰੀਕਲਚਰ ਸਟੇਟ ਦਾ ਅਧਿਕਾਰ ਹੈ, ਤੇ ਕੇਂਦਰ ਕਹਿ ਦਿੰਦੀ ਕਿ ਅਸੀਂ ਤਿੰਨੇ ਕਾਨੂੰਨ ਦਾ ਇੱਕ ਮਾਡਲ ਬਣਾ ਦਿੱਤਾ ਹੈ, ਹੁਣ ਸਟੇਟਾਂ ਦੇ ਉੱਤੇ ਛੱਡ ਦਿੰਦੇ ਆ ਉਹ ਲਾਗੂ ਕਰਨ ਚਾਹੇ ਨਾ ਕਰਨ। ਬਹੁਤ ਸਾਰੇ ਬੀਜੇਪੀ ਦੇ ਲੀਡਰ ਸੈਂਟਰ ਸਰਕਾਰ ਨੂੰ ਅਜੀ ਐਡਵਾਈਸ ਦੇ ਰਹੇ ਨੇ, ਇਸ ਬਾਰੇ ਤੁਸੀਂ ਕੀ ਕਹੋਗੇ? ਮੈਂ ਨਹੀਂ ਕਹਿ ਰਿਹਾ, ਸਾਡਾ ਕਨਸਟੀਟਿਊਸ਼ਨ ਕਹਿ ਰਿਹਾ ਐਗਰੀਕਲਚਰ ਇਜ਼ ਸਟੇਟ ਸਬਜੈਕਟ। ਔਰ ਅਸੀਂ ਵਪਾਰੀ ਨਹੀਂ, ਅਸੀਂ ਜੋ ਪੈਦਾ ਕਰਦੇ ਹਾਂ ਅਸੀਂ ਮਾਰਕੀਟ ਕਰਨ ਜਾਂਦੇ ਹਾਂ। ਮਾਰਕੀਟਿੰਗ ਇਜ਼ ਅਗੇਨ ਸਟੇਟ ਸਬਜੈਕਟ। ਮੈਂ ਨਹੀਂ ਕਹਿੰਦਾ, ਸਾਡਾ ਸੰਵਿਧਾਨ ਕਹਿੰਦਾ ਹੈ ਤੇ ਭਾਰਤ ਸਰਕਾਰ ਦਾ ਕੋਈ ਕੰਮ ਨਹੀਂ ਸਟੇਟ ਸਬਜੈਕਟਸ ਦਖਲ ਦੇਣ। ਅਦਰਵਾਈਜ਼ ਕੀ ਲੋੜ ਹੈ ਜੀ ਸਟੇਟ ਲਿਸਟ, ਯੂਨੀਅਨ ਲਿਸਟ, ਕੰਕਰੈਂਟ ਲਿਸਟ ਬਣਾਉਣ ਦੀ? ਜਿਹੜੇ ਸੰਵਿਧਾਨ ਕੱਢਣ ਵਾਲੇ ਸੀ ਕਿਆ ਜ਼ਰੂਰਤ ਸੀ ਉਹਨਾਂ ਨੂੰ? ਉਹ ਕਿਤੇ ਮੂਰਖਤਾ ਨਹੀਂ ਸੀ, ਕੋਈ ਵਜ੍ਹਾ ਤਾਂ ਹੋਏਗੀ ਨਾ। ਤਾਂ ਫਿਰ ਇਹ ਉਹਨੂੰ ਕਿਉਂ ਤੋੜਨ ਲੱਗੇ ਹੋਏ ਨੇ? ਪਰ ਜੇ ਸਾਰੀ ਗੇਮ ਹੀ ਸਟੇਟ ਦੇ ਉੱਪਰ ਛੱਡ ਦਿੱਤੀ ਜਾਂਦੀ ਹੈ ਕਿ ਸਟੇਟਾਂ ਦੇਖਣ ਕਿ ਇਹ ਮਾਡਲ ਲਾਗੂ ਕਰਨਾ ਹੈ ਜਾਂ ਨਹੀਂ ਕਰਨਾ। ਇਹ ਚੋਰ ਮੋਰੀ ਚਾਹੁੰਦੇ ਆ ਵੀ ਇਹ ਮੰਨ ਲਓ ਵੀ ਕਾਨੂੰਨ ਤਾਂ ਇਹ ਰਹੇ, ਸਟੇਟ ਦੀ ਮਰਜ਼ੀ ਹੈ ਲਾਗੂ ਕਰੇ ਨਾ ਕਰੇ, ਤਾਂ ਕਿ ਅੱਗੇ ਨੂੰ ਅਸੀਂ ਇਸ ਚੋਰ ਮੋਰੀ ਰਹੀ ਹੋਰ 10 ਕਾਨੂੰਨ ਤੁਹਾਡੇ ਤੇ ਰੋਕ ਦਈਏ, ਉਹ ਸਾਨੂੰ ਮਨਜ਼ੂਰ ਨਹੀਂ। 26 ਜਨਵਰੀ ਨੂੰ ਤੁਸੀਂ ਵੱਡਾ ਐਲਾਨ ਕੀਤਾ ਦਿੱਲੀ ਵਿੱਚ ਟਰੈਕਟਰ ਮਾਰਚ ਕਰਨ ਦਾ। ਪਹਿਲਾਂ ਤਾਂ ਦਿੱਲੀ ਵੜਨ ਨਹੀਂ ਦਿੱਤਾ ਜਾ ਰਿਹਾ ਸੀ, ਉਦੋਂ ਵੀ ਲਾਠੀ ਚਾਰਜ ਹੋਇਆ ਕਿਸਾਨਾਂ ਦੇ ਉੱਪਰ, ਤੇ ਤੁਹਾਨੂੰ ਲੱਗਦਾ ਹੈ ਕਿ ਉਸ ਦਿਨ ਦੀ ਤੁਸੀਂ ਜੇ ਟਰੈਕਟਰ ਮਾਰਚ ਕਰੋਗੇ ਤੁਹਾਨੂੰ ਕਰਨ ਦੇਣਗੇ? ਦੇਖੋ, ਕਾਨੂੰਨ ਦਾ ਰਾਜ ਹੈ ਤਾਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਜਿਹੜੇ ਪੀਸਫੁਲ ਲੋਕ ਨੇ, ਜੋ ਪੀਸਫੁਲ ਆਪਣੀ ਰਾਜਧਾਨੀ ਆਉਣਾ ਚਾਹੁੰਦੇ, ਤੁਸੀਂ ਕਿਉਂ ਰੋਕਦੇ ਹੋ? ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ। ਅਸੀਂ ਪੀਸਫੁਲ ਫੇਰ ਵੀ ਰਹਾਂਗੇ। ਇਹ ਸੁਪਰੀਮ ਕੋਰਟ ਦਾ ਹੁਕਮ ਮੰਨਦੇ ਆ ਜਾਂ ਨਹੀਂ ਮੰਨਦੇ, ਇਹਨਾਂ ਨੇ ਫੈਸਲਾ ਕਰਨਾ। ਵੀ ਵੋਂਟ ਬੀ ਵਾਇਲੈਂਟ। ਸੋ ਬਲਬੀਰ ਸਿੰਘ ਰਾਜੇਵਾਲ ਹੋਣ ਦਾ ਕਹਿਣਾ ਹੈ ਕਿ ਅਸੀਂ ਪੀਸਫੁਲ ਹੀ ਪ੍ਰੋਟੈਸਟ ਕਰਾਂਗੇ। ਇਹ ਦੇਖਣਾ ਹੁਣ ਸਰਕਾਰ ਨੇ ਹੈਗਾ ਕਿ ਉਹ ਉਹਨਾਂ ਦੀ ਮੰਗਾਂ ਕਦੋਂ ਮੰਨਦੀ ਹੈ। 4 ਜਨਵਰੀ ਨੂੰ ਦੁਬਾਰਾ ਬੈਠਕ ਹੋਣ ਜਾ ਰਹੀ ਹੈ, ਉਸ ਵਿੱਚ ਇਹ ਵੀ ਦੇਖਣਾ ਦਿਲਚਸਪ ਹੋਏਗਾ ਕਿ ਕੇਂਦਰ ਸਰਕਾਰ ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਮੰਨਦੀ ਹੈ ਜਾਂ ਨਹੀਂ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸਰ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ 4 ਸੂਤਰੀ ਏਜੰਡਾ ਤੁਸੀਂ ਸਰਕਾਰ ਕੋਲੇ ਭੇਜਿਆ ਸੀਗਾ, ਸਰਕਾਰ ਤੁਹਾਡੇ ਤੋਂ ਪੁੱਛ ਰਹੀ है कि सारा कुछ ਅਸੀਂ ਵੀ ਮੰਨਾਂਗੇ ਜਾਂ ਤੁਸੀਂ ਵੀ ਕੁਝ ਮੰਨੋਗੇ? नहीं, हम वो चीज़ माने जो हम सरकार से ज़्यादा मांग रहे हों। 3 कानून सरकार ने बनाए, हम तो उनको वापस करने की बात मान रहे हैं। सरकार हमारे पे अरे भाई वो कह रही है किसान का बहुत फ़ायदा होगा, हमें तो नहीं फ़ायदा चाहिए। वो ज़बरदस्ती क्यों फ़ायदा कर रही है हमारा? हमें नहीं चाहिए। किसने प्रदर्शन किया, किसने सवाल किया था, किसने कहा था कानून बनाने के लिए? हमें नहीं चाहिए। तो सरकार हमारे पे जबरदस्ती क्यों कर रही है? दूसरी बात, MSP का वो पहले से ही कह रहे हैं, वही कह रहे हैं, हम तो उन्हीं की जुबान का बोल रहे हैं। वो कह रहे हैं हम MSP देंगे, दो फिर हम वहाँ क्या रहे हैं? हम देखिए, एक चीज़ होती है कि हम कुछ नया मांग रहे हैं जिसमें हम किसी का कोई हिस्सा छीन रहे हैं, नहीं, हम तो वो मांग रहे हैं जो हमारा अधिकार है। अब अधिकार को कैसे छोड़ें? इसलिए हम अपनी बात से कैसे हटें? ਚੜੂਨੀ ਸਾਹਿਬ, ਤੁਸੀਂ MSP ਦੀ ਗੱਲ ਕਰ ਰਹੇ ਹੋ। ਜੇ MSP ਦੀ ਛੋਟੀ ਸਰਕਾਰ ਦੇਣ ਲਈ ਰਾਜੀ ਹੋ ਜਾਂਦੀ ਹੈ, ਕਾਨੂੰਨੀਕਰਨ ਕਰਨ ਲਈ ਰਾਜੀ ਹੋ ਜਾਂਦੀ ਹੈ, ਤੇ ਤੁਹਾਨੂੰ ਇਹ ਕਹਿ ਦੇ ਕਿ ਤਿੰਨੇ ਖੇਤੀ ਕਾਨੂੰਨ ਲਾਗੂ ਹੋਣਗੇ, ਫਿਰ ਤੁਸੀਂ ਤੁਹਾਡੀਆਂ 3 ਮੰਗਾਂ ਮੰਨੀਆਂ ਜਾਣਗੀਆਂ, 4 ਵਿੱਚੋਂ ਕੀ ਤੁਸੀਂ ਐਗਰੀ ਕਰੋਗੇ? नहीं, गलत। MSP केवल 23 फसलों का है, 600 फसलों का नहीं है।
समझिए बात को। ਨਹੀਂ ਹੁਣ ਤੁਸੀਂ 600 फसलों ਦਾ ਚਾਹੁੰਦੇ ਹੋ ਜਾਂ 23 ये फसलों ਦੇ हम ਉੱਪਰ? ये कह रहे हैं जिन 23 का आप MSP दे रहे हो उनका तो MSP की गारंटी दे दो भाई, दे रहे हो ना पहले से 23 का, उनकी खरीद की गारंटी तो दो। रोज टेलीविजनों में बोलते हैं हम MSP दे रहे हैं, उनकी खरीद की गारंटी दो ना, फिर खरीद तो रहे नहीं। MSP का कहाँ आग लगाएं उसको यार भाई, जब MSP पे आप खरीद नहीं रहे, जब आपका MSP तो 1850 था, खरीदा हमारा तो 1100 रुपये मक्का नहीं बिका, हम क्या करें उस MSP का। और जो दूसरे कानून हैं भाई, अब इन्होंने कह दिया मंडी एक्ट तोड़ेंगे भाई, हमारे पास बासमती पैदा होती है, हमारे पास सब्जी पैदा होती है, हम उसका मुकाबला कहाँ करवाएं, कंपटीशन कहाँ करवाएं, हम उसका महंगा रेट कहाँ से लें। मंडी में अगर व्यापारी आएगा तो ही मंडी से खरीदेगा ना। अगर हमारे मंडी में व्यापारी आना बंद हो गया, हमें खेत से बेचना पड़ा, हम कैसे कंपटीशन कराएं उसका। ਚੜੂਨੀ ਸਾਹਿਬ ਚਰਚਾ ਇਸ ਗੱਲ ਦੀ ਹੈਗੀ ਹੈ, ਜਿਹੜੇ ਬੀਜੇਪੀ ਦੇ ਲੀਡਰ ਹੈਗੇ ਨੇ ਉਹਨਾਂ ਦੇ ਵੀ ਗੱਲ ਦੀ ਹੱਡੀ ਬਣਿਆ ਹੋਇਆ, ਉਹਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ। ਉਹ ਆਪਣੀ ਸੈਂਟਰ ਸਰਕਾਰ ਨੂੰ ਇਹ ਸਲਾਹ ਦੇ ਰਹੇ ਨੇ ਕਿ ਇੱਕ ਮਾਡਲ ਬਣਾ ਦਿੱਤਾ ਜਾਵੇ, ਸਟੇਟਾਂ ਨੂੰ ਕਹਿ ਦਿੱਤਾ ਜਾਵੇ ਤੁਸੀਂ ਲਾਗੂ ਕਰਨਾ ਹੈ ਕਰੋ, ਨਹੀਂ ਕਰਨਾ ਨਾ ਕਰੋ। ਜੇ ਕੱਲ ਐਵੇਂ ਦੀ 4 जनवरी ਨੂੰ ਐਵੇਂ ਦੀ ਕੋਈ ਗੱਲਬਾਤ ਹੁੰਦੀ ਹੈ, ਤੁਸੀਂ ਐਗਰੀ ਕਰੋਗੇ ਸੈਂਟਰ ਸਰਕਾਰ ਨਾਲ ਜਾਂ नहीं? हम इस पे कोई एग्री नहीं करेंगे, क्योंकि पहले ऐसे कानूनों का उन्होंने दुरुपयोग किया है, एक बात। दूसरी बात, अगर उनको चिंता है, हम ये कहते हैं अगर उनमें आत्मा है, अगर उनमें इंसानी जामे की आत्मा है तो उनको अपनी आत्मा की आवाज़ सुननी चाहिए। 5 साल राज करके कौन सा स्वर्ग मिल जाएगा। अरे भाई, देश के किसान लोगों का खून निचोड़ के अगर वो 5 साल राज कर भी लेंगे फिर कौन सा स्वर्ग मिल जाएगा। अच्छा है ऐसी बीजेपी को लात मार के छोड़ के आ जाएं। 26 जनवरी ਨੂੰ ਟਰੈਕਟਰ ਪਰੇਡ ਜਿਹੜੀ ਤੁਸੀਂ ਕਰਨ ਦੀ ਗੱਲ ਆਖੀ ਹੈ, ਜੇ ਤੁਹਾਨੂੰ ਕੱਲ ਨੂੰ ਅੱਗੇ ਨਹੀਂ ਲੰਘਣ ਦਿੱਤਾ ਜਾਂਦਾ, ਕਿਉਂਕਿ ਪੰਜਾਬ ਦੀਆਂ ਸਰਹੱਦਾਂ ਜਦੋਂ ਆਉਣ ਲੱਗੇ ਸੀ ਹਰਿਆਣਾ 'ਚ ਵੀ ਰੋਕਿਆ ਗਿਆ, ਤੇ ਉਸ ਲਈ ਤੁਸੀਂ ਕਿਸ ਤਰੀਕੇ ਦੀ ਤਿਆਰੀ ਕੀਤੀ ਹੋਈ ਹੈ? देखिए वो टाइम पे बताएंगे कि अगर सरकार रोकती है तो क्या करेंगे, वो टाइम पे बताएंगे, लेकिन हमारा शांतिपूर्वक रहेगा। जी एक सवाल बताइए, ये चौटाला साहब जो है, दुष्यंत चौटाला, और जो जेजेपी जो खुल के अभी तक किसानों के समर्थन में नहीं आई है हरियाणा में, इस पे आप लोगों का क्या कहना है? किसानों की पीठ में छुरा मारा है दुष्यंत चौटाला ने, और मैं तो ये कहूँगा कि दूसरा जो वीरेंद्र सिंह है उसने भी, क्योंकि वीरेंद्र सिंह जो है बड़े किसान नेता का सर छोटू राम का पोता है और उसका लड़का MP है। सबसे पहले उनको सत्ता को लात मार के आ जाना चाहिए था। दूसरा, दुष्यंत चौटाला को एंटी बीजेपी वोट दिए, किसान बीजेपी को नहीं जिताना चाहता था, किसानों ने उसको अपना लीडर माना, उसको वोट दिए, और उसने धोखा ये किया कि सारे जो किसानों ने एंटी बीजेपी वोट दिए थे वो सारे वोट उसने बीजेपी को बेच दिए और उसके बदले उप मुख्यमंत्री की कुर्सी ले ली। और अभी उसको शर्म नहीं आई है कि किसान जो है वो डेथ वारंट किसान के आ चुके हैं, लेकिन वो अपनी सत्ता के लालच में फंसा हुआ है। ਸੋ ਗੁਰਨਾਮ ਸਿੰਘ ਚੜੂਨੀ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸ਼ਾਂਤੀਪੂਰਨ ਹੀ ਮਾਰਚ ਕਰਾਂਗੇ। 26 ਤਰੀਕ ਦਾ ਜਿਹੜਾ ਟਰੈਕਟਰ ਮਾਰਚ ਦਾ ਉਹਨਾਂ ਨੇ ਐਲਾਨ ਕੀਤਾ, ਪਰ ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਜੇ ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਇੱਕ ਮਾਡਲ ਬਣਾ ਦੇਵਾਂਗੇ ਤੇ ਇਹ ਸੂਬੇ ਚੋਂ ਲਾਗੂ ਕਰਨ 'ਚ ਜੇ ਨਹੀਂ ਚਾਹੁੰਦੇ ਤਾਂ ਨਾ ਕਰਨ, ਪਰ ਉਹ ਕਹਿੰਦੇ ਅਸੀਂ ਇਦਾਂ ਦੇ ਕਿਸੇ ਵੀ ਮਾਡਲ ਨੂੰ ਪ੍ਰਵਾਨ नहीं करांगे। महाराष्ट्र तो किसान आगू अशोक टवले जी साढ़े नाल ने। अशोक जी, मैं आपसे ये जानना चाहता हूँ कि महाराष्ट्र में किसानों की क्या स्थिति है इस वक्त की बात करें, क्योंकि अभी सबसे पहले ये आंदोलन पंजाब से शुरू होकर हरियाणा में पूरे देश में जा चुका है, तो महाराष्ट्र के किसानों की दुर्दशा आप बताइए कैसी चल रही है? महाराष्ट्र का सबसे महत्व की बात यह है कि पिछले 25 साल में जो मैंने कहा 4 लाख से ज़्यादा किसानों ने कर्जे की वजह से आत्महत्या की है। उनमें से सबसे ज़्यादा आत्महत्या करने वाले किसान महाराष्ट्र से हैं, 75,000 के करीब। जी। तो सबसे ज़्यादा कृषि संकट अगर कहीं होगा तो वो महाराष्ट्र में है। विदर्भ में, मराठवाड़ा, ये जो हमारे पिछड़े इलाके हैं वहाँ सबसे ज़्यादा किसानों की आत्महत्या हुई है। क्या बड़ा कारण रहा कि सबसे ज़्यादा आत्महत्या जो की है वो महाराष्ट्र के किसानों ने की है? ये उसका कारण ये है कि पूरे किसानी का जो लागत खर्चा है लगभग कंटिन्यूसली बढ़ रहा है और दाम नहीं मिल रहा। ये कपास के किसान है बहुत बड़े पैमाने पर। जी। और कपास का दाम बिल्कुल नहीं मिल रहा है, और उसके साथ में जो अकाल गिरता है, बाढ़ आती है, उसमें जो कोई फसल होता है वो भी बर्बाद हो जाती है। उसके लिए कोई जो फसल बीमा का सुरक्षा भी नहीं है किसानों को। तो ये बहुत कुछ कारण है जिसकी वजह से ये हो रहा है।
तो इसके लिए आज महाराष्ट्र के किसान भी बड़े पैमाने पर इस आंदोलन के साथ जुड़े हुए हैं। हमारी अखिल भारतीय किसान सभा के नेतृत्व में हजारों किसान 21 दिसंबर को नासिक से चले और 5 दिन पूरे महाराष्ट्र, मध्य प्रदेश, राजस्थान होकर शाहजहांपुर बॉर्डर पर हम 25 दिसंबर को पहुँचे और सब जगह में हज़ारों की तादाद में उनका स्वागत हुआ। और उसके मुताबिक पूरे महाराष्ट्र में ये जो संयुक्त किसान मोर्चा जो कॉल देता है, हज़ारों की तादाद में, लाखों की तादाद में किसान उसके अंदर शरीक हो रहे हैं और ज़्यादा शरीक होंगे जनवरी में। तो ये बहुत बड़े पैमाने पर महाराष्ट्र में भी इशू है, ख़ास तौर पर ये एमएसपी का। तीनों कानून तो रद्द होने चाहिए, वो तो पूरे महाराष्ट्र के किसानों की मांग है ही, लेकिन एमएसपी का, क्योंकि एमएसपी की खरीद महाराष्ट्र में बिल्कुल नहीं होती है सरकार की तरफ से, और अगर खरीद नहीं होती है तो ये एमएसपी को कोई मतलब नहीं है। आप कुछ भी यहाँ दिल्ली में डिक्लेयर करो, लेकिन किसान को तो मिलता ही नहीं है वहाँ पर। तो ये बहुत इम्पोर्टेंट मांग है महाराष्ट्र के किसानों की और पूरे देश भर के कई राज्यों के किसानों की। ये एमएसपी का गारंटी देने वाला और खरीद का गारंटी देने वाला कानून ये बिल्कुल होना चाहिए। ट्रैक्टर मार्च का आज आपने फैसला लिया, यहाँ पे ट्रैक्टर मार्च किया जाएगा 26 जनवरी को, जब परेड होगी तो किसान करेंगे ट्रैक्टर परेड। तो इस फैसले का क्या प्रभाव जाएगा, क्या आपने सोच के ये फैसला लिया? देखिए, हमने ये फैसला लिया कि गणतंत्र दिन ये जनता का दिन है सही माने में। हमारा संविधान जिस दिन से लागू हुआ 1950 साल में, वो है वो दिन। तो जब सरकार आम जनता के मांग अगर मान्य करने को तैयार नहीं है तो ये सरकार गणतंत्र के पूरे उसूल के खिलाफ जा रही है। और इसलिए ये गणतंत्र दिन हमारा है, किसानों का है, मजदूरों का है, क्योंकि वही तो काम करते हैं, संपत्ति ये करते हैं। किसान तो अन्नदाता है पूरे देश के। और इसलिए हमने तय किया कि 26 जनवरी को दिल्ली में तो होगा ही, क्योंकि लाखों किसान यहाँ बैठे हैं, लेकिन हर राज्य के राजधानी में और अलग अलग ज़िलों में भी ये किसान परेड हमारी निकलेगी, देश का झंडा लेकर, राष्ट्र ध्वज लेकर, और किसानों के झंडे भी साथ में रहेंगे। उसको लेकर हमारे देश के अन्नदाता 26 जनवरी को गणतंत्र दिन के ऊपर बहुत बड़े जुलूस, जिसके अंदर करोड़ों किसान, हमारे मजदूर भाई, हमारे खेत मजदूर, महिलाएं, छात्र, नौजवान, ये सब उसके अंदर शरीक होंगे। ये है हमारा प्लानिंग 26 जनवरी के लिए। इतनी बड़ी भीड़, उसको संभालने के लिए भी आपने कोई प्रोग्राम सोचा है? क्योंकि 26 जनवरी का दिन गणतंत्र दिवस है, हिंसा भी बढ़ सकती इतनी बड़ी भीड़ में। नहीं, हिंसा तो बिल्कुल नहीं होगी। पिछले 38 दिन में ऐसा कोई आंदोलन इतना बड़ा आज़ादी के बाद में हुआ नहीं है अपने देश में, कि जो 38 दिन चला। लाखों किसान सब जगह में है, लेकिन एक भी गाड़ी की कांच नहीं फूटी। हिंसा तो छोड़िए, किसी के ऊपर हमला बिमला वो तो छोड़िए, लेकिन पूरे शांतिपूर्ण तरीके से पुलिस की तरफ से बल का प्रयोग किया जाता है तो उससे आपको नहीं लगता है कि नुकसान हो सकता है? देखिए, पुलिस अगर कुछ करे तो वो उनकी जिम्मेदारी है। महात्मा गांधी ने क्या हमको सिखाया था? पूरे अहिंसा का आंदोलन, देश के आज़ादी का आंदोलन हम पूरे अहिंसा के साथ करेंगे। पुलिस को जो करना है वो करे, हाँ, वो उनका सवाल है, सरकार का सवाल है। पुलिस आखिर में जो सरकार बोलती है वही करती है। अभी दिल्ली की पुलिस तो अमित शाह के नीचे है ना, वो दिल्ली सरकार के नीचे है ही नहीं, केंद्र सरकार के नीचे है। वो जो करना चाहे वो करे, हम पूरे शांति के साथ हम जो करना चाहेंगे वो हम करेंगे, लेकिन शांति के साथ। मैं आपसे ये भी जानना चाहता हूँ, लोग भी जानना चाहते हैं देश के, क्योंकि किसान आगू जो भी लीडर हैं वो बताते हैं कि अगर ये कानून लागू होते हैं देश पर तो आम जनता पर इसका प्रभाव बहुत ज़्यादा पड़ेगा। आम जनता कैसे प्रभावित होगी इन कानूनों से? देखिए, इन कानूनों का पूरे किसानों के ऊपर तो बहुत बड़ी बर्बादी तो होगी ही। पूरे कॉरपोरेट, ये अंबानी अदानी एकदम मालोमाल बन जाएंगे, ऑलरेडी हुए हैं। पूरे कृषि का व्यापार ये कॉरपोरेट के हाथों में चला जाएगा इन कानूनों की वजह से। लेकिन सिर्फ किसानों को उसका हमला नहीं है, पूरे देश भर के किसान जनता के ऊपर भी हमला है। कैसे? अभी देखिए, अत्यावश्यक वस्तु कानून, इन्होंने क्या बोला? इन्होंने कहा कि धान है, गेहूँ, दाल, चीनी, तेल, प्याज और आलू, इसके ऊपर पूरे जमाखोरी का अभी तक जो पाबंदी थी वो उन्होंने हटाई।
यानी बड़े बड़े कॉरपोरेट कंपनी, बड़े व्यापारी, इन सब चीज़ों जो मैंने जिक्र किया, जितना चाहे उतना वो जमाखोरी कर सकते हैं। जमाखोरी किया तो काला बाज़ार आ गया, बिल्कुल आ गया। और काला बाज़ार अगर होगा तो ये जो लोग खरीद कर पाते हैं आज, आगे में वो खरीद भी नहीं कर पाएंगे, क्योंकि उनके पास पैसा ही नहीं होगा, गरीबों के पास। और इसलिए ये पूरी व्यवस्था टूट जाएगी, रेशन की व्यवस्था ख़त्म हो जाएगी। ये जो आज पूरी तरह से सरकारी खरीद को बंद करना चाहते हैं, एमएसपी को बंद करना चाहते हैं, और रेशन की पद्धति, सार्वजनिक वितरण व्यवस्था, उसको भी ख़त्म करना चाहते हैं। यह है सरकार का सही उनका मकसद। तो इसका बहुत बड़ा परिणाम सबके ऊपर होगा। बिजली बिल, दूसरी बात, किसानों के ऊपर अभी क्रॉस सब्सिडी वो ख़त्म करेंगे, क्योंकि निजीकरण करेंगे। निजीकरण किया तो क्रॉस सब्सिडी ख़त्म हो गई। क्रॉस सब्सिडी ख़त्म हुई तो किसानों का बिजली का दर तो बढ़ेगा ही, लेकिन हर घर में, शहरों में और ग्रामीण इलाके में जो लोग रहते हैं, उनका भी बिजली का दर बहुत बड़े पैमाने पर बढ़ेगा और वो भी मर जाएंगे। तो इसलिए मैंने जो कहा कि यह किसानों का आंदोलन ज़रूर है, लेकिन ये आंदोलन सिर्फ किसानों के लिए नहीं है, पूरे देश की जनता के सुरक्षा के लिए ही आंदोलन कर रहे हैं। अशोक जी, बात करने के लिए शुक्रिया आपका। ਸੋ ਇਹ ਮਹਾਰਾਸ਼ਟਰ ਤੋਂ ਕਿਸਾਨ ਆਗੂ ਅਸ਼ੋਕ ਟਾਬਲੇ ਜੀ ਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਕਾਨੂੰਨ ਹੈਗੇ ਨੇ, ਇਹ ਜੇ ਦੇਸ਼ ਦੇ ਉੱਤੇ ਲਾਗੂ ਹੋ ਗਏ ਤਾਂ ਇਸ ਨਾਲ ਆਮ ਜਨਤਾ ਦੇ ਉੱਤੇ ਵੀ ਬੋਝ ਪਊਗਾ, ਮਹਿੰਗਾਈ ਇਸ ਨਾਲ ਬਹੁਤ ਜ਼ਿਆਦਾ ਵੱਧ ਜਾਏਗੀ। ਦੋ ਘਰਾਣੇ ਜਿਹੜੇ ਹੈਗੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਪੂਰੀ ਖੇਤੀ ਚਲੀ ਜਾਏਗੀ, ਪੂਰਾ ਖੇਤੀ ਸੈਕਟਰ ਉਹਨਾਂ ਦੇ ਹੱਥਾਂ ਵਿੱਚ ਚਲਾ ਜਾਏਗਾ, ਜਿਸ ਦਾ ਦੇਸ਼ ਦੇ ਉੱਤੇ ਬੁਰਾ ਪ੍ਰਭਾਵ ਪਊਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਡਾਕਟਰ ਦਰਸ਼ਨਪਾਲ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ। ਸਰ, ਮੈਂ ਸਿਰਫ 1 ਮਿੰਟ ਲੂੰਗਾ ਤੁਹਾਡਾ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਜਿਹੜੇ 26 ਜਨਵਰੀ ਦੀ ਤੁਸੀਂ ਕਾਲ ਕੀਤੀ ਹੈ ਕਿ ਟਰੈਕਟਰ ਪਰੇਡ ਕੀਤੀ ਜਾਏਗੀ, ਝੰਡੇ ਟਰੈਕਟਰਾਂ 'ਤੇ ਲਹਿਰਾ ਜਾਣਗੇ ਦਿੱਲੀ ਦੇ ਵਿੱਚ, ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ 4 ਜਨਵਰੀ ਦੀ ਮੀਟਿੰਗ ਤੋਂ ਪਹਿਲਾਂ ਇਹ ਕੇਂਦਰ ਸਰਕਾਰ ਨੂੰ ਵੱਡੀ ਚੇਤਾਵਨੀ ਦੇ ਦਿੱਤੀ ਹੈ ਤੇ ਇਹ ਅਸਰ ਛੱਡੂਗੀ ਕਿ ਮਸਲਾ 26 ਜਨਵਰੀ ਤੋਂ ਪਹਿਲਾਂ ਹੱਲ ਹੋ ਜਾਊਗਾ? ਨਹੀਂ, ਦੇਖੋ, ਅੰਦੋਲਨ ਚੱਲ ਰਿਹਾ ਸਾਡਾ। ਅੰਦੋਲਨ ਦੇ ਅਲੱਗ-ਅਲੱਗ ਲੈਵਲ ਤੋਂ ਪੰਜਾਬ ਤੋਂ ਚੱਲ ਕੇ, ਹਰਿਆਣਾ ਤੋਂ ਲੋਕ ਚੱਲ ਕੇ ਦਿੱਲੀ ਆਏ ਨੇ। ਹੁਣ ਤਾਂ ਦਿੱਲੀ ਦੇ 10 ਕਿਲੋਮੀਟਰ ਅੰਦਰ ਜਾ ਕੇ ਪਰੇਡ ਹੀ ਕਰਨੀ ਹੈ। ਸਰਕਾਰ ਕਹਿੰਦੀ ਸੀ, ਸੁਪਰੀਮ ਕੋਰਟ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਬਾਰਡਰ ਤੇ ਰੋਕ ਲਿਆ, ਇਸ ਲਈ ਬਾਰਡਰ ਤੇ ਬੈਠੇ ਨੇ। ਸਰਕਾਰ ਕਹਿੰਦੀ ਸੀ ਚਲੋ ਤੁਹਾਨੂੰ ਬਰਾੜੀ ਗਰਾਊਂਡ ਦਾ ਰਸਤਾ ਦੇ ਦਿੰਦੇ ਹਾਂ। ਹੁਣ ਸਰਕਾਰ ਸਾਨੂੰ 26 ਤਰੀਕ ਨੂੰ ਟਰੈਕਟਰ ਪਰੇਡ ਕਰਨ ਦਾ, ਕਿਸਾਨ ਪਰੇਡ ਕਰਨ ਦਾ ਰਸਤਾ ਦੇ ਦੇ। ਅਸੀਂ ਆਰਾਮ ਨਾਲ ਸ਼ਾਂਤਮਈ ਢੰਗ ਨਾਲ ਪਰੇਡ ਕਰਕੇ ਵਾਪਸ ਆਪੋ ਆਪਣੇ ਉੱਤੇ ਚਲੇ ਜਾਵਾਂਗੇ। ਹੁਣ ਸਰਕਾਰ ਦੀ ਮਰਜ਼ੀ ਆ, ਦਿੰਦੀ ਕਿ ਨਹੀਂ ਦਿੰਦੀ। ਸਰਕਾਰ ਅਗਰ ਉਹਦੀ ਇੱਛਾ ਹੋਊਗੀ ਸਾਡੇ ਤੇ ਲਾਠੀ ਗੋਲੀ ਚਲਾਉਣ ਦੀ, ਲਾਠੀ ਗੋਲੀ ਚਲਾਊਗੀ। ਅਗਰ ਉਹ ਸ਼ਾਂਤੀ ਤਰੀਕੇ ਨਾਲ ਸਾਨੂੰ ਕਰਨ ਦਊਗੀ, ਇਹ ਸਾਡਾ ਹੱਕ ਹੈ ਗਣਤੰਤਰ ਦਿਵਸ ਦੀ ਪਰੇਡ ਕਰਨਾ। ਅਸੀਂ ਗਾਣਾ, ਸਰਕਾਰ ਤਾਂ ਸਰਕਾਰ ਹੈ। ਗਣਤੰਤਰ ਦੀ ਪਰੇਡ ਦਿਵਸ 'ਤੇ ਪਰੇਡ ਕਰਨ ਦਾ ਹੱਕ ਸਾਰਿਆਂ ਨੂੰ ਹੈ। ਅਗਰ ਦੀਵਾਲੀ ਮਨਾਉਣ ਦਾ ਹੱਕ ਹੈ, ਦੁਸਹਿਰਾ ਮਨਾਉਣ ਦਾ ਹੱਕ ਹੈ, ਤਾਂ ਇਹ ਪਰੇਡ ਕਰਨ ਦਾ ਹੱਕ ਜਾਂ ਇਹਨੂੰ ਮਨਾਉਣ ਦਾ ਹੱਕ ਕਿਉਂ ਨਹੀਂ ਹੈ ਕਿਸੇ ਨੂੰ? ਸੋ ਕਿਸਾਨ ਜਥੇਬੰਦੀਆਂ ਨੇ ਇਹ ਬੜਾ ਸੋਚ ਸਮਝ ਕੇ ਤੈਅ ਕੀਤਾ। ਸਰਕਾਰ ਨੂੰ ਚਾਹੀਦਾ ਕਿ ਉਹ ਜਿਹੜੇ ਬਾਕੀ ਦੇ ਵੀ ਅਸੀਂ ਕੁਝ ਰੂਪ ਸੰਘਰਸ਼ ਦੇ ਲਿਖੇ ਨੇ, ਉਹ ਵੀ ਕਾਫੀ ਇੰਪੋਰਟੈਂਟ ਨੇ। ਦੇਸ਼ ਦੇ ਵਿੱਚ ਸਾਡੇ ਸੰਘਰਸ਼ ਦੀ ਅੱਗ ਫੈਲ ਰਹੀ ਹੈ। 13 ਤਰੀਕ ਨੂੰ ਅਸੀਂ ਲੋਹੜੀ ਮਨਾਵਾਂਗੇ ਔਰ ਲੋਹੜੀ ਦੀ ਅੱਗ ਵਿੱਚ ਬੁਰਾਈ ਦੇ ਜਿਹੜੇ 3 ਕਾਨੂੰਨ ਨੇ ਉਹਨਾਂ ਨੂੰ ਸਾੜਾਂਗੇ। ਔਰ ਉਸ ਤੋਂ ਬਾਅਦ ਅਸੀਂ 18 ਤਰੀਕ ਨੂੰ ਔਰਤ ਕਿਸਾਨ ਦਿਵਸ ਮਨਾਵਾਂਗੇ। ਫਿਰ 23 ਤਰੀਕ ਨੂੰ ਸੁਭਾਸ਼ ਚੰਦਰ ਬੋਸ ਜੀ ਦਾ ਜਨਮ ਦਿਨ ਅਸੀਂ ਗਵਰਨਰ ਹਾਊਸ ਜੀ ਦਾ ਘਰਾ ਕਰਕੇ ਕਰਾਂਗੇ। ਅਤੇ 26 ਤਰੀਕ ਨੂੰ ਅਸੀਂ ਇਹ ਪ੍ਰੋਗਰਾਮ ਕਰਾਂਗੇ। ਅਤੇ ਉਸ ਤੋਂ ਪਹਿਲਾਂ 6 ਤੋਂ ਲੈ ਕੇ 20 ਤਰੀਕ ਤੱਕ 2 ਹਫ਼ਤੇ ਇੱਕ ਪੂਰਾ ਪੰਦਰਵਾੜਾ ਜਿਹੜਾ ਉਹ ਦੇਸ਼ ਦੇ ਵਿੱਚ ਕਾਲ ਦਿੱਤੀ ਹੈ ਕਿ ਦੇਸ਼ ਦੇ ਲੋਕ ਨੇ ਜਿਹੜੇ ਉਹ ਕਿਸਾਨ ਅੰਦੋਲਨ ਦੇ ਹੱਕ ਵਿੱਚ ਵੱਖੋ ਵੱਖਰੇ ਜਿਹੜੇ ਰੂਪ ਨੇ ਅੰਦੋਲਨ ਦੇ ਉਹ ਲਾਗੂ ਕਰਨ ਸਾਰੇ ਦੇਸ਼। ਮੇਰਾ ਆਖਰੀ ਸਵਾਲ, ਇੱਕ ਫੈਸਲਾ ਤੁਸੀਂ ਪਿਛਲੇ ਦਿਨਾਂ ਵਿੱਚ ਕੀਤਾ ਸੀਗਾ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਮੁੱਖ ਮਹਿਮਾਨ ਵਜੋਂ 26 ਜਨਵਰੀ ਨੂੰ ਇੱਥੇ ਭਾਰਤ ਆਉਣਗੇ। ਤੁਸੀਂ ਕਿਹਾ ਸੀ ਉੱਥੋਂ ਦੇ ਪੰਜਾਬੀਆਂ ਨੂੰ, ਦੇਸ਼ ਦੇ ਲੋਕਾਂ ਨੂੰ ਕਿ ਜਿਹੜੇ ਵੀ ਬਰਤਾਨੀਆ ਦੇ ਵਿੱਚ ਇਹ ਦਬਾਅ ਪਾਇਆ ਜਾਵੇ ਸਰਕਾਰ 'ਤੇ ਕਿ ਪ੍ਰਧਾਨ ਮੰਤਰੀ ਇੱਥੇ ਨਾ ਆਉਣ, ਅਤੇ ਉਸ ਦਾ ਕਿੰਨਾ ਕੁ ਅਸਰ ਪਿਆ ਉਸ ਫੈਸਲੇ ਦਾ? ਨਹੀਂ, ਮੈਨੂੰ ਜਿੱਥੋਂ ਤੱਕ ਯਾਦ ਹੈ ਅਸੀਂ ਉਹ ਫੈਸਲਾ ਨਹੀਂ ਕੀਤਾ। ਮੈਨੂੰ ਜਿੱਥੋਂ ਤੱਕ ਯਾਦ ਹੈ, ਦੂਸਰਾ ਇਹ ਗੱਲ ਕਿ ਕੁਝ ਲੋਕਾਂ ਤੋਂ ਮੈਨੂੰ ਪਤਾ ਲੱਗਿਆ ਕਿ ਉਹ ਆ ਨਹੀਂ ਰਹੇ। ਅਗਰ ਤੁਹਾਡੇ ਤੋਂ ਮੈਨੂੰ ਇਹ ਪਤਾ ਲੱਗਦਾ ਕਿ ਉਹ ਆ ਰਹੇ ਨੇ, ਦੈਨ ਇਮੀਡੀਏਟਲੀ ਅਸੀਂ ਜ਼ਰੂਰ ਆਪਣੀ ਮੀਟਿੰਗ ਦੇ ਵਿੱਚ ਡਿਸਕਸ ਕਰਕੇ ਸੋਚਾਂਗੇ ਕਿ ਉੱਥੇ ਬਰਤਾਨੀਆ ਦੇ ਅਸੀਂ ਜਿਹੜੇ ਸਾਡੇ ਪੰਜਾਬੀ ਲੋਕ ਨੇ ਉਹਨਾਂ ਦੇ ਰਾਹੀਂ ਇਹ ਉਹਨਾਂ ਨੂੰ ਕਹੀਏ ਕਿ ਭਾਈ ਤੁਸੀਂ ਉਹਨਾਂ ਨਾਲ ਗੱਲ ਕਰੋ ਵੀ ਕਿਉਂ ਜਦੋਂ ਕਿਸਾਨ ਤੁਹਾਡੇ ਧਰਨਿਆਂ 'ਤੇ ਬੈਠੇ ਨੇ, ਸਰਦੀ 'ਚ ਬੈਠੇ ਨੇ, ਤੁਸੀਂ 4 ਚੰਨ ਆ ਕੇ ਉੱਥੇ ਸਾਡੇ ਦੇਸ਼ ਦੀ ਸਰਕਾਰ ਨੂੰ ਕਿਉਂ ਲਾਉਂਦੇ ਹੋ?
ਅਗਰ ਅਜਿਹਾ ਹੈ ਤਾਂ ਇਹਦੇ 'ਤੇ ਸੋਚਿਆ, ਮੇਰੀ ਇਨਫੋਰਮੇਸ਼ਨ ਪੂਰੀ ਨਹੀਂ ਹੈ, ਅਸੀਂ ਫੈਸਲਾ ਵੀ ਨਹੀਂ ਕੀਤਾ ਇਸ 'ਤੇ। ਉਹ ਕਿਸੇ ਇੱਕ ਵਿਅਕਤੀ ਨੇ ਜਾਂ ਦੋ ਨੇ ਮੈਨੂੰ ਲੱਗਦਾ ਕਹਿਤਾ ਹੋਣਾ ਇਸ ਕਿਸਮ ਦਾ, ਲੱਗਦਾ ਮੈਨੂੰ। ਕਈ ਕਾਲੇ ਬੰਦੇ ਹੁੰਦੇ ਨੇ ਜਿਹੜੇ ਬਿਨਾਂ ਫੈਸਲੇ ਤੋਂ ਕਹਿ ਦਿੰਦੇ ਨੇ, ਲੇਕਿਨ ਸਾਡਾ ਕਲੈਕਟਿਵ ਡਿਸੀਜਨ ਕਿਤੇ ਨਹੀਂ ਹੋਇਆ। ਅਗਰ ਫਿਰ ਮੈਨੂੰ ਇਹ ਵੀ ਪਤਾ ਲੱਗਿਆ ਨਹੀਂ ਆ ਰਹੇ, ਅਗਰ ਆ ਰਹੇ ਨੇ ਤਾਂ ਕਨਫਰਮ ਕਰਕੇ ਦਿਓ ਮੈਨੂੰ, ਆ ਰਹੇ ਨੇ ਫਿਰ ਅਸੀਂ ਸੋਚਾਂਗੇ ਕੁਝ ਕਰਨਾ। ਦਰਸ਼ਕਪਾਲ ਜੀ, ਹੁਣ ਤੱਕ 38 ਦਿਨ ਹੋ ਗਏ ਦਿੱਲੀ ਦੀ ਘੇਰਾਬੰਦੀ ਹੋਇਆ ਨੂੰ, ਬੜੇ ਸ਼ਾਂਤਮਈ ਢੰਗ ਦੇ ਨਾਲ ਇਹ ਅੰਦੋਲਨ ਚੱਲਿਆ। ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਇੰਨੇ ਸ਼ਾਂਤਮਈ ਦੇ ਢੰਗ ਦੇ ਨਾਲ ਇਸ ਅੰਦੋਲਨ ਨੂੰ ਚਲਾਉਣ ਪਿੱਛੇ ਮੈਨੇਜ ਕੌਣ ਕਰ ਰਿਹਾ ਹੈ? ਇਹ ਪੂਰੀ ਮੈਨੇਜਮੈਂਟ ਕਿਹਨਾਂ ਦੇ ਦਿਮਾਗ ਦੇ ਵਿੱਚ ਉਭਰੀ? ਨਹੀਂ, ਮੈਨੂੰ ਲੱਗਦਾ ਸਾਰੀ ਸਾਡੀ ਕਮੇਟੀ ਹੈ ਜਿਹੜੀ 32 ਕਿਸਾਨ ਜਥੇਬੰਦੀਆਂ ਦੀ, ਸੰਯੁਕਤ ਕਿਸਾਨ ਮੋਰਚੇ ਦੀ, ਉਹਦੇ 'ਚੋਂ ਮੈਨੂੰ ਨਹੀਂ ਲੱਗਦਾ ਕਿ ਸਾਡੀਆਂ ਮੈਂਬਰਾਂ ਦੇ ਵਿੱਚੋਂ ਕੋਈ ਚਾਹੁੰਦਾ ਹੋਵੇ ਵਾਇਲੈਂਸ ਹੋਵੇ। ਆਲਮੋਸਟ ਐਵਰੀ ਸਾਡਾ ਲੀਡਰ ਹੈ ਜਿਹੜਾ। ਹਾਂ, ਕੁਝ ਨੌਜਵਾਨਾਂ 'ਚ ਕਈ ਵਾਰੀ ਹੁੰਦਾ ਵੀ ਇਹਨੂੰ ਥੋੜ੍ਹਾ ਅੱਗੇ ਵਧਾਓ ਜੀ, ਜਲਦੀ ਚੱਲੋ ਜੀ, ਜਲਦੀ ਚੱਲੋ ਜੀ। ਮੈਨੂੰ ਲੱਗਦਾ ਜਦੋਂ ਬਹੁਤ ਗਿਣਤੀ ਤੇ ਵੱਡਾ ਹਿੱਸਾ ਇੱਕ ਆਰਗੇਨਾਈਜ਼ਡ ਕਿਸਾਨ ਵਰਕਰਾਂ ਦਾ ਹੋਵੇ, ਆਗੂਆਂ ਦਾ ਹੋਵੇ, ਤਾਂ ਉਹਦੇ ਜਿਹੜਾ ਛੋਟਾ ਹਿੱਸਾ ਹੈ ਉਹਨੂੰ ਟੈਕਲ ਕੀਤਾ ਜਾਂਦਾ, ਉਹਨੂੰ ਸਾਂਭ ਲਿਆ ਜਾਂਦਾ, ਸਮਝਾ ਲਿਆ ਜਾਂਦਾ। ਇਸ ਕਰਕੇ ਫਿਰ ਹੁਣ ਟਾਈਮ ਵੀ ਬਹੁਤ ਹੋ ਗਿਆ। ਮੈਨੂੰ ਲੱਗਦਾ ਸਾਰਿਆਂ ਨੂੰ ਇਹ ਲੱਗਦਾ ਕਿ ਕਿਸਾਨ ਜਥੇਬੰਦੀਆਂ ਅਗਰ ਇਹ ਸੋਚਦੀਆਂ ਨੇ ਤਾਂ ਉਹੀ ਲਾਗੂ ਹੋਊਗਾ। 26 ਜਨਵਰੀ ਨੂੰ ਵੀ ਇਸੇ ਤਰ੍ਹਾਂ ਦੀ ਸ਼ਾਂਤੀ ਦੇਖਣ ਨੂੰ ਮਿਲੇਗੀ? ਪੂਰੇ ਪ੍ਰਬੰਧ ਕਰੋਗੇ? ਬਿਲਕੁਲ ਬਿਲਕੁਲ ਸ਼ਾਂਤਮਈ, ਬਿਲਕੁਲ ਸ਼ਾਂਤਮਈ। ਸਾਡੇ ਲੋਕਾਂ ਨੂੰ ਭਾਵੇਂ ਝਰੀਟਾਂ ਆ ਜਾਣ, ਸੱਟਾਂ ਲੱਗ ਜਾਣ, ਪਰ ਸਾਡੇ ਵੱਲੋਂ ਕੋਈ ਇਸ ਕਿਸਮ ਦੀ ਹਿੰਸਕ ਕਾਰਵਾਈ ਨਹੀਂ ਹੋਊਗੀ। ਸ਼ੁਕਰੀਆ ਗੱਲਬਾਤ ਕਰਨ ਲਈ। ਸੋ ਡਾਕਟਰ ਦਰਸ਼ਨਪਾਲ ਜੀ ਦਾ ਕਹਿਣਾ ਹੈ ਕਿ ਇਹ ਅੰਦੋਲਨ ਬਿਲਕੁਲ ਸ਼ਾਂਤਮਈ ਚੱਲੇਗਾ। ਬੇਸ਼ੱਕ 26 ਜਨਵਰੀ ਨੂੰ ਅਸੀਂ ਪਰੇਡ ਕਰਾਂਗੇ, ਉਹਨਾਂ ਦਾ ਕਹਿਣਾ ਹੈ ਕਿ ਇੱਥੇ ਝੰਡੇ ਕਿਸਾਨ ਲਹਿਰਾਉਣਗੇ 26 ਜਨਵਰੀ ਦੇ ਵਿੱਚ, ਤੇ ਲੇਕਿਨ ਅੰਦੋਲਨ ਜਿਹੜਾ ਹੈਗਾ ਉਹ ਸ਼ਾਂਤਮਈ ਹੀ ਰਹੂਗਾ। ਦਿੱਲੀ ਤੋਂ ਕੈਮਰਾਮੈਨ ਸ਼ੈਰੀ ਦੇ ਨਾਲ ਅਮਨ ਮੋਹਨ ਮੋਜਾਲ ਦੀ ਰਿਪੋਰਟ, ਹਮਦਰਦ TV।